20 ਜੁਲਾਈ 2023 ਤੇ ਮੈਂ ਉੱਥੇ ਪਹੁੰਚਿਆ ਦੁਬਈ 에ਅਰਪੋਰਟ ਦੇ ਵਿੱਚ ਭੇਜਿਆ ਇਹਨਾਂ ਨੇ ਮੈਨੂੰ ਉੱਥੇ ਭੇਜਿਆ ਸਾਰਾ ਕੁਝ ਫੇਕ ਡਾਕੂਮੈਂਟਸ ਲਗਾਏ ਇਹਨਾਂ ਨੇ ਵਿਜ਼ਿਟਰ ਵੀਜ਼ੇ ਦੇ ਵਿੱਚ ਤਾਂ ਟਰੈਵਲ ਇੰਸ਼ੋਰੈਂਸ ਦੇ ਲਗਾਤੇ ਵਰਕ ਵੀਜ਼ਾ ਦੇ ਨਾਮ ਤੇ ਆ ਵਿਜ਼ਿਟਰ ਵੀਜ਼ਾ ਦੇ ਵਿੱਚ ਮੈਨੂੰ ਆ ਥੋਪਤਾ ਇਹਨਾਂ ਨੇ ਫੇਕ ਹੋਟਲ ਬੁਕਿੰਗ ਆ ਇਹ ਕੋਈ ਹੋਟਲ ਬੁਕਿੰਗ ਮੇਰੇ ਵੱਲੋਂ ਨਹੀਂ ਹੋਈ ਸਭ ਕੁਝ ਇਹਨਾਂ ਨੇ ਮੈਨੂੰ ਪ੍ਰੋਵਾਈਡ ਕਰਕੇ ਦਿੱਤਾ ਇਹ ਹੈ ਜੀ ਕੰਪਨੀ ਉਹ ਜਿਹੜੀ ਬਲੂ ਰਾਈਸ ਕਰਕੇ ਜਿਹੜੀ ਕੰਪਨੀ ਹੈ ਜਿਹਦਾ ਆਫਰ ਲੈਟਰ ਇਹਨਾਂ ਨੇ ਮੈਨੂੰ ਦਿੱਤਾ ਸੀਗਾ ਜਿਹੜਾ ਇਹ ਵਿਸ਼ਵਾਸ ਦਿਵਾਇਆ ਸੀਗਾ ਕਿ ਇਸ ਕੰਪਨੀ ਦੇ ਵਿੱਚ ਤੇਰਾ ਜਿਹੜਾ ਉਹ ਸਿਲੈਕਸ਼ਨ ਹੋ ਚੁੱਕੀ ਹੈ ਦੁਬਈ ਦੀ ਕੰਪਨੀ ਹੈ ਕਿੰਨੇ ਪੈਸੇ ਮੰਗੇ ਤੁਹਾਨੂੰ ਬਾਹਰ ਭੇਜਣ ਦੇ ਇਹਨਾਂ ਨੇ 1,15,000 ਰੁਪਇਆ ਇਹਨਾਂ ਨੇ ਕੁੱਲ ਮੇਰੇ ਤੋਂ ਮੰਗਿਆ 1 ਰੁਪਈਆ ਵੀ ਇਹਨਾਂ ਨੇ ਘੱਟ ਨਹੀਂ ਕੀਤਾ 87,500 ਦਾ ਮੇਰੇ ਕੋਲ ਸਬੂਤ ਹੈਗਾ 30,000 ਰੁਪਏ ਇਹਨਾਂ ਨੇ ਕੈਸ਼ ਲਿਆ ਉਹ ਚਾਹੇ ਇਹਨਾਂ ਦੀ ਅਸੀਂ ਤੁਸੀਂ ਸੀਸੀਟੀਵੀ ਫੁਟੇਜ ਵੀ ਨਿਕਲਵਾ ਸਕਦੇ ਹੋ ਜਿਹੜੇ ਮੈਂ ਇਹਨਾਂ ਨੂੰ ਪੇਮੈਂਟ ਪੇ ਕਰੀ ਹੈ ਦੋ ਅਲੱਗ-ਅਲੱਗ ਮੈਨੂੰ ਆਫਰ ਲੈਟਰ ਦਿੱਤੀਆਂ ਇੱਕ ਇਹਨਾਂ ਨੇ ਬਲੂ ਰਾਈਸ ਦੀ ਮੈਨੂੰ ਆਫਰ ਲੈਟਰ ਦਿੱਤੀ ਦੂਜੀ ਇਹਨਾਂ ਨੇ ਮੈਨੂੰ ਜਿਹੜੀ ਆਫਰ ਲੈਟਰ ਦਿੱਤੀ ਇਸ ਨਾਮ ਤੇ ਦਿੱਤੀ HR ਬੇਟਾ HR ਬੇਟਾ ਇਹ ਇਦਾਂ ਦੀ ਸੱਟੇ ਦੀ ਕੰਪਨੀ ਹੈ ਤੇ ਇਹ ਤੇ ਮੈਨੂੰ ਸੱਟੇ ਦੇ ਵਿੱਚ ਲਾਤਾ ਇਹਨਾਂ ਦੇ ਵਿੱਚ ਕੰਮ ਕੀ ਕਿਹਾ ਤੁਸੀਂ ਕੰਮ ਕੀ ਕਰਨਾ ਹੈ ਕੰਮ ਮੈਨੂੰ ਭਾਜੀ ਇਹਨਾਂ ਨੇ ਇਦਾਂ ਕਿਹਾ ਕਿ ਤੈਨੂੰ ਜਿਹੜਾ ਵਾ ਕਿ ਇਹਦੇ ਵਿੱਚੋਂ ਲੋਕਾਂ ਕੋਲੋਂ ਪੈਸੇ ਕਲੈਕਟ ਕਰਨੇ ਨੇ ਠੀਕ ਹੈ ਤੇ ਕਿਸੇ ਕੋਲ 500 ਪਾਉਣਾ ਹੈ ਉਹਦੀ ID ਬਣਵਾ ਕੇ ਰਜਿਸਟਰ ਕਰਵਾ ਕੇ ਉਹਨੂੰ ਕਹਿਣਾ 500 ਰੁਪਇਆ ਤੁਹਾਡੇ ਅਕਾਊਂਟ 'ਚ ਪਾ ਦੇ कंपनी ही इलीगल मनी ट्रांजैक्शन का काम करती है नहीं और मुझे जबरदस्ती कहता उन्होंने कहा कि तू यहाँ से छोड़ नहीं सकता तेरे को करना ही पड़ेगा नहीं फिर देखो इसका पासपोर्ट भी हमने ही मेल करवा के ठीक है यार इसको पासपोर्ट दवाया टिकट ही लेके अपनी वापस आ गया मैंने यही कहा कि आप आ जाओ ਦੁਬਈ ਦੇ ਵਿੱਚ ਰਹਿ ਕੇ ਇੰਡੀਅਨ ਨੰਬਰ ਇਹਨਾਂ ਕੋਲ ਹੁੰਦਾ ਠੀਕ ਹੈ ਜਿਹੜਾ ਕਿ ਮੈਨੂੰ ਪੁੱਛਦੇ ਨੇ ਮੈਂ ਕਿਹਾ ਕੀ ਕਹੂੰਗਾ ਜੇ ਮੈਨੂੰ ਕੰਪਨੀ ਦਾ ਪੁੱਛਣਗੇ ਕਹੀਂ ਕਿ ਕਰੋਲ ਬਾਗ ਦਿੱਲੀ ਤੋਂ ਗੱਲ ਕਰ ਰਹੇ ਹਾਂ ਅਸੀਂ ਬੈਠੇ ਤੁਸੀਂ ਦੁਬਈ ਸੀ ਬੈਠੇ ਦੁਬਈ 'ਚ ਸੀਗੇ ਮੇਰੀ ਵਾਈਫ ਪ੍ਰੈਗਨੈਂਟ ਆ ਜਿਹਨੂੰ ਛੱਡ ਕੇ ਮੈਂ 4 ਮਹੀਨੇ ਦੀ ਪ੍ਰੈਗਨੈਂਸੀ ਜਿਹਨੂੰ ਮੈਂ ਛੱਡ ਕੇ ਬਾਹਰ ਜਾ ਰਿਹਾ ਇੰਨੇ ਰਿਸਕ ਦੇ ਵਿੱਚ ਲੋਕਾਂ ਕੋਲੋਂ ਮੰਗ ਕੇ ਪੈਸੇ ਜਿਹੜੇ ਆ ਉਹ ਅਸੀਂ ਪੂਰੇ ਕਰੇ ਰਾਹ ਦੇ ਵਿੱਚ ਮੇਰੇ ਨਾਲ ਇੰਨੀ ਮਾਰ ਕੁਟਾਈ ਕਰਦੇ ਨੇ ਉਹ ਬੰਦੇ ਕਿ ਮੇਰੀ ਪਿੱਠ ਦੇ ਵਿੱਚ ਲੱਤਾਂ ਮਾਰਦੇ ਨੇ ਮੇਰੀ ਢਿੱਡ ਦੇ ਵਿੱਚ ਲੱਤਾਂ ਮਾਰਦੇ ਨੇ ਨਾਲ ਮੇਰੇ ਚਪੇੜਾ ਮਾਰੀ ਆਪਣੇ ਏਜੰਟ ਨੂੰ ਸਾਰੀ ਰਾਤ ਕਾਲ ਕਰਦਾ ਰਿਹਾ ਕੀ ਨਾਂ ਤੁਹਾਡੇ ਏਜੰਟ ਦਾ ਸਾਹਿਬ ਕੰਸਲਟੈਂਟ ਰਣਜੀਤ ਕਰਕੇ ਸੀਗਾ ਜਿੰਨੇ ਮੇਰੇ ਤੋਂ ਪੈਸੇ ਲਏ ਸੀਗੇ मैं ਉਹਨੂੰ ਕਾਲ करी तो मेडिकल छेड़ दिया अभी बीच में ना बीच पहले इसका क्या था कि मैंने काम ही नहीं करना ਫਿਰ ਝੂਠਾ ਰੈਜ਼ਿਗਨੇਸ਼ਨ ਮੇਰੇ ਤੋਂ ਲਿਖਾਇਆ ਕਿ ਮੈਨੂੰ ਹੈਲਥ ਇਸ਼ੂ ਆ ਚੰਗਾ ਭਲਾ ਭਾਜੀ ਮੈਂ ਤੁਹਾਡੇ ਸਾਹਮਣੇ ਖੜਾ ਕਿ ਮੈਨੂੰ ਹੈਲਥ ਇਸ਼ੂ ਆ ਮੈਨੂੰ ਇਸ ਕੰਪਨੀ ਤੋਂ ਕੋਈ ਪ੍ਰੋਬਲਮ ਨਹੀਂ ਹੈ ਮੈਂ ਤਾਂ ਕਰਕੇ ਵਾਪਸ ਚੱਲਿਆ ਤੂੰ ਆਪਣੇ ਏਜੰਟ ਦਾ ਨਾਮ ਵਿੱਚੋਂ ਕੱਟ ਦੇ ਕਿ ਕੱਲ ਨੂੰ ਕੋਈ ਗੱਲਬਾਤ ਇੱਥੇ ਨਾ ਆਵੇ ਤੇ ਝੂਠੀ ਵੀਡੀਓ ਵੀ ਮੇਰੇ ਕੋਲੋਂ ਇਹਨਾਂ ਨੇ ਉੱਥੇ ਬਣਵਾ ਲਈ ਤਾਂ ਜਾ ਕੇ ਮੇਰਾ ਪਾਸਪੋਰਟ ਦਿੱਤਾ है ना हमने ही इसका पासपोर्ट कंपनी से बोला कि नहीं देना चाहता है तो कोई बात नहीं इसको वापस भेज दो हम अपना कर लेंगे ਭਾਜੀ ਇਹ ਮੈਸੇਜ ਮੈਨੂੰ ਉਦੋਂ ਆਇਆ ਸੀਗਾ ਜਦੋਂ ਮੈਂ ਦੁਬਈ ਦੇ 에ਅਰਪੋਰਟ ਦੇ ਵਿੱਚ ਮੈਂ ਜਦੋਂ ਚੱਲ ਗਿਆ ਸੀਗਾ ਜਦੋਂ ਮੈਂ ਆਪਣੇ ਬਲਬੂਤੇ ਤੇ ਪਾਸਪੋਰਟ ਕਢਾ ਲਿਆ ਸੀ ਜਦੋਂ ਮੈਂ ਉੱਥੇ ਪਹੁੰਚ ਗਿਆ ਸੀਗਾ ਉਸ ਤੋਂ ਬਾਅਦ ਸ਼ਾਮੀ ਜਾ ਕੇ ਦਾ ਮੈਨੂੰ ਮੈਸੇਜ ਆਇਆ कि जो भी इन्हें बोलिया। हाँ नितिन, मैं साहिब सिंह राणा बोल रहा हूँ चंडीगढ़ से। आपके बारे में मुझे सवेरे बताया है, पता नहीं मुझे क्या प्रॉब्लम आपको वहाँ पे क्या नहीं, पर जो भी है आप उस बात को छोड़ दो। अगर आपका मन नहीं करता काम करने को तो आप इंडिया वापस आ जाओ, इंडिया वापस आके अपने घर से मिल लेना, कोई दिक्कत नहीं है, ठीक है, आराम से, कोई टेंशन की जरूरत नहीं। ओके, बाकी मैंने कंपनी को बोल दिया आपके पासपोर्ट देने के लिए, बाकी आप टिकट कल की परसों जब भी आना चाहते हो आप आ जाओ, आके मेरे को मिल लेना, ठीक है जी। ओके, थैंक यू। ਸੋ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਜਿਵੇਂ ਪਰਿਵਾਰਾਂ ਦੇ ਖਰਚੇ ਵੱਧਦੇ ਨੇ, ਹਰ ਕਿਸੇ ਦੇ ਮਨ 'ਚ ਵਿੱਚ ਹੁੰਦਾ ਕਿ ਮੈਂ ਬਾਹਰਲੇ ਮੁਲਕ ਚਲਾ ਜਾ ਅਤੇ ਬਾਹਰਲੇ ਮੁਲਕ ਜਾ ਕੇ ਮੈਨੂੰ 2 ਪੈਸੇ ਵੱਧ ਮਿਲਣਗੇ ਨਾ ਮੈਂ ਘਰ ਪਰਿਵਾਰ ਦਾ ਖਰਚਾ ਮੈਂ ਚੰਗੀ ਤਰ੍ਹਾਂ ਚਲਾ ਸਕਾਂਗਾ। ਪਰ ਅੱਗੇ ਜਦੋਂ ਆਪਾਂ ਬਾਹਰ ਜਾਣਾ ਹੋਵੇ ਤਾਂ ਇਮੀਗ੍ਰੇਸ਼ਨ ਕੰਪਨੀ, ਇਮੀਗ੍ਰੇਸ਼ਨ ਕੰਸਲਟੈਂਟ ਦੀ ਲੋੜ ਪੈਂਦੀ ਹੁੰਦੀ ਹੈ ਸਾਨੂੰ, ਅਤੇ ਉਹ ਕਿੱਦਾਂ ਲੋਕਾਂ ਨਾਲ ਧੋਖੇ ਕਰਦੇ ਨੇ, ਉਹਨਾਂ ਨਾਲ ਈਵਨ ਕਿ ਉਹਨਾਂ ਦੀ ਜਾਨ ਤੱਕ ਦੇ ਸੌਦੇ ਕਰ ਦਿੰਦੇ ਨੇ। ਇਹ ਇੱਕ ਜਿਹੜਾ ਹੈਗਾ ਵੀਡੀਓ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਟੋਰੀ ਇਹ ਹੈਗੀ ਹੈ, ਮੁੰਡਾ ਅੰਮ੍ਰਿਤਸਰ ਦਾ ਹੈਗਾ ਨਿਤਿਨ ਠਾਕੁਰ। ਜੇ ਨਿਤਿਨ ਠਾਕੁਰ ਦੀ ਆਪਾਂ ਗੱਲ ਮੰਨੀਏ ਤਾਂ ਥੋੜ੍ਹੇ ਦਿਨ ਪਹਿਲਾਂ, ਇਸ ਮਹੀਨੇ ਦੀ ਗੱਲ ਹੈ, 20 ਜੁਲਾਈ ਨੂੰ ਆਪਣਾ ਇਹ ਦੁਬਈ ਜਾਂਦਾ। ਚੰਡੀਗੜ੍ਹ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਹੈ, ਕੰਸਲਟੈਂਸੀ ਹੈ, ਸਾਹਿਬ ਕੰਸਲਟੈਂਸੀ, 20 ਸੈਕਟਰ ਚੰਡੀਗੜ੍ਹ, ਔਰ ਬਿਲਕੁਲ ਸਾਡੀ ਬੈਕ 'ਤੇ ਜਿਹੜਾ ਹੈਗਾ ਉਹਦਾ ਆਫਿਸ ਹੈ। ਖੈਰ ਕੋਈ ਬੋਰਡ ਨਹੀਂ ਲੱਗਿਆ ਹੋਇਆ, ਬਾਹਰ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਜੇ ਕੋਈ ਬੋਰਡ ਮਿਲਦਾ ਤਾਂ। ਅਤੇ ਉਸ ਕੰਪਨੀ ਨਾਲ ਇਹ ਮੁੰਡਾ ਕੁਝ ਸਮਾਂ ਪਹਿਲਾਂ ਰਾਬਤਾ ਕਾਇਮ ਕਰਦਾ ਹੈ। ਰਾਬਤਾ ਕਰਨ ਤੋਂ ਬਾਅਦ ਇਹਨੂੰ
ਆਪਣਾ ਜਿਹੜਾ ਹੈਗਾ ਵੀਜ਼ਾ ਵੀ ਦਿੱਤਾ ਜਾਂਦਾ ਹੈ, ਅਪਾਇੰਟਮੈਂਟ ਲੈਟਰ ਵੀ ਦਿੱਤਾ ਜਾਂਦਾ ਕਿ ਤੁਸੀਂ ਹੁਣ ਦੁਬਈ ਜਾ ਰਹੇ ਹੋ, ਫਲਾਣੀ ਕੰਪਨੀ 'ਚ ਤੁਸੀਂ ਨੌਕਰੀ ਕਰੋਗੇ, 30-35 ਹਜ਼ਾਰ ਰੁਪਏ ਤੁਹਾਨੂੰ ਨੌਕਰੀ ਮਿਲੇਗੀ। ਤੇ ਜੇ ਆਪਾਂ ਨਿਤਨ ਦੀ ਮੰਨੀਏ ਤਾਂ 20 ਜੁਲਾਈ ਤੋਂ 23 ਜੁਲਾਈ ਇਹ 3 ਦਿਨ ਸੀ ਜਿਹੜੇ ਇਸੇ ਸਾਲ ਦੇ, ਉਹ ਇਹੋ ਜਿਹੇ ਸੀ ਜਿਵੇਂ ਕਿ ਇਹ ਮੌਤ ਦੇ ਮੂੰਹ ਦੇ ਵਿੱਚੋਂ ਬਚ ਕੇ ਆਇਆ ਹੋਵੇ। ਖੁਦ ਨਿਤਨ ਇੱਦਾਂ ਕਹਿ ਰਿਹਾ। ਕਹਾਣੀ ਕੀ ਹੋਈ ਹੈ ਇਸ ਤੋਂ ਜਾਣਦੇ ਹਾਂ। ਸੋ ਨਿਤਨ, ਪਹਿਲਾਂ ਤਾਂ ਇਹੀ ਸਵਾਲ ਤੁਹਾਨੂੰ ਕਰਦੇ ਹਾਂ ਵੀ ਕਿੱਦਾਂ ਤੁਹਾਨੂੰ ਇਸ ਕੰਪਨੀ ਬਾਰੇ ਪਤਾ ਲੱਗਿਆ ਤੇ ਕਿੱਦਾਂ ਤੁਸੀਂ ਇਹਨਾਂ ਟੱਚ 'ਚ ਆਏ ਸੀ? ਭਾਜੀ ਮੇਰਾ ਨਾਮ ਨਿਤਿਨ ਠਾਕੁਰ ਆ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ। ਮੇਰਾ ਇਹਨਾਂ ਨਾਲ ਰਾਬਤਾ ਹੋਇਆ ਸੀਗਾ ਫੇਸਬੁੱਕ ਤੋਂ, ਠੀਕ ਹੈ ਜੀ। ਫੇਸਬੁੱਕ ਦੇ ਵਿੱਚ ਮੈਂ ਇਹਨਾਂ ਨਾਲ ਕੰਟੈਕਟ ਕਰਿਆ, ਠੀਕ ਹੈ। ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵਿਜ਼ਿਟ ਕਰੋ ਸਾਡੇ ਆਫਿਸ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕਦੋਂ ਦੀ ਗੱਲ ਹੈ? ਇਹ ਹੈਗੀ ਹੈ ਕੋਈ ਵੀਜ਼ਾ ਲੱਗਣ ਤੋਂ 10 ਕੁ ਦਿਨ ਪਹਿਲੇ ਦੀ ਗੱਲ ਹੈ। ਮਤਲਬ ਸਭ ਕੁਝ ਜੁਲਾਈ ਮਹੀਨੇ 'ਚ ਹੀ ਹੋਇਆ? ਜੁਲਾਈ ਮਹੀਨੇ 'ਚ ਹੀ ਹੋਇਆ। ਤੇ ਇਹਨਾਂ ਨੇ ਮੈਨੂੰ ਜਦੋਂ ਮੈਂ ਵਿਜ਼ਿਟ ਕਰਿਆ ਉੱਥੇ, ਮੈਂ ਇੱਥੇ ਐਕਚੁਅਲੀ ਵਰਕਿੰਗ ਮੋਹਾਲੀ 'ਚ ਹੀ ਹਾਂ, ਮੇਰੀ ਵਾਈਫ ਵੀ ਵਰਕਿੰਗ ਮੋਹਾਲੀ 'ਚ ਹੈ, ਮੈਂ ਵੀ ਵਰਕਿੰਗ ਮੋਹਾਲੀ 'ਚ ਹਾਂ। ਸੋ ਮੈਨੂੰ ਈਜ਼ੀ ਸੀਗਾ ਇੱਥੇ ਜਾਣਾ। ਤੇ ਮੈਂ ਉੱਥੇ ਵਿਜ਼ਿਟ ਕਰਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਰਿਕੁਆਇਰਮੈਂਟ ਨਿਕਲੀਆਂ ਨੇ ਕੰਪਿਊਟਰ ਆਪਰੇਟਰ ਦੀਆਂ, ਬਲੂ ਰਾਈਸ ਕੰਪਨੀ ਕਰਕੇ ਉਹ ਕੰਪਨੀ ਹੈ ਜਿਹਦੇ ਵਿੱਚ ਤੁਹਾਡਾ ਇੰਟਰਵਿਊ ਹੋਏਗਾ। ਮੈਂ ਕਿਹਾ ਠੀਕ ਹੈ ਜੀ, ਕੋਈ ਗੱਲ ਨਹੀਂ, ਤੁਸੀਂ ਮੈਨੂੰ ਇੰਟਰਵਿਊ ਕਰਵਾ ਦਿਓ, ਠੀਕ ਹੈ, ਜਿੱਦਾਂ ਠੀਕ ਹੋਏਗਾ। ਜੇ ਮੇਰੀ ਸਿਲੈਕਸ਼ਨ ਹੁੰਦੀ ਹੈ ਅਸੀਂ ਫਰਦਰ ਜਿਹੜੀ ਹੈ ਉਹ ਆਪਾਂ ਕਰਾਂਗੇ, ਠੀਕ ਹੈ ਜੀ। ਇਹਨਾਂ ਨੇ ਮੈਨੂੰ 3 ਦਿਨ ਬਾਅਦ ਸੱਦਿਆ ਉਸ ਤੋਂ ਬਾਅਦ ਚੋਂ ਕਿ ਹਾਂ ਵੀ ਇੰਟਰਵਿਊ ਸਟਾਰਟ ਹੋਣ ਵਾਲੀ ਹੈ, ਠੀਕ ਹੈ। ਤੇ ਮੈਂ ਗਿਆ ਉੱਥੇ ਇੰਟਰਵਿਊ ਲਈ, ਹੋਰ ਵੀ 5-6 ਜਾਣੇ ਸੀਗੇ ਜਿਨ੍ਹਾਂ ਵਿੱਚੋਂ ਮੇਰੀ ਇੰਟਰਵਿਊ ਹੋਈ ਸਿਰਫ ਔਰ ਸਿਰਫ ਮੈਂ ਹੀ ਸਿਲੈਕਟਡ ਹੋਇਆ, ਜਿੱਦਾਂ ਕਿ ਇਹਨਾਂ ਨੇ ਮੈਨੂੰ ਦੱਸਿਆ। ਮੈਂ ਇਹਨਾਂ ਨੂੰ ਪੁੱਛਿਆ ਵੀ ਕਿ ਹਾਂ ਵੀ ਮੇਰੇ ਵਿੱਚੋਂ ਹੋਰ ਕਿੰਨੇ ਜਾਣੇ ਸਿਲੈਕਟ ਹੋਏ ਨੇ? ਇਹਨਾਂ ਨੇ ਕਿਹਾ ਸਿਰਫ ਔਰ ਸਿਰਫ ਤੂੰ ਹੀ ਸਿਲੈਕਟ ਹੋਇਆ, ਠੀਕ ਹੈ। ਕੋਈ ਉਸ ਕੰਪਨੀ ਦਾ ਡਾਕੂਮੈਂਟ ਕੋਈ? ਹਾਂਜੀ ਹਾਂਜੀ ਭਾਜੀ, ਮੈਂ ਜਿਹੜੀ ਬਲੂ ਰਾਈਸ ਤੁਸੀਂ ਕੰਪਨੀ ਕਹਿ ਰਹੇ ਹੋ? ਹਾਂਜੀ ਹਾਂਜੀ, ਇਹ ਹੈ ਜੀ ਕੰਪਨੀ ਉਹ ਜਿਹੜੀ ਬਲੂ ਰਾਈਸ ਕਰਕੇ ਜਿਹੜੀ ਕੰਪਨੀ ਹੈ, ਜਿਹਦਾ ਆਫਰ ਲੈਟਰ ਇਹਨਾਂ ਨੇ ਮੈਨੂੰ ਦਿੱਤਾ ਸੀਗਾ, ਜਿਹੜਾ ਇਹ ਵਿਸ਼ਵਾਸ ਦਿਵਾਇਆ ਸੀਗਾ ਕਿ ਇਸ ਕੰਪਨੀ ਦੇ ਵਿੱਚ ਤੇਰਾ ਜਿਹੜਾ ਉਹ ਸਿਲੈਕਸ਼ਨ ਹੋ ਚੁੱਕੀ ਹੈ। ਦੁਬਈ ਦੀ ਕੰਪਨੀ? ਦੁਬਈ ਦੀ ਕੰਪਨੀ ਹੈ, ਠੀਕ ਹੈ ਜੀ। ਮੈਂ ਸਰਚ ਵੀ ਕਰਿਆ, ਠੀਕ ਹੈ, ਸਾਰਾ ਕੁਝ ਤਾਂ ਇੱਥੇ ਠੀਕ ਸੀਗਾ, ਠੀਕ ਹੈ, ਮੇਰੇ ਅਕੋਰਡਿੰਗਲੀ ਸਾਰਾ ਕੁਝ ਇੱਥੇ ਠੀਕ ਸੀਗਾ। ਤਾਂ ਇਹਨਾਂ ਨੇ ਸਟਾਰਟਿੰਗ ਮੇਰੇ ਕੋਲ 10,000 ਰੁਪਏ ਮੰਗੇ, ਬਾਕੀ ਜਿਹੜੀ ਪੇਮੈਂਟ ਸੀ ਉਹ ਆਫਟਰ ਵੀਜ਼ਾ ਇਹਨਾਂ ਨੇ ਮੇਰੇ ਕੋਲ ਮੰਗੀ। ਇਹਨਾਂ ਨੇ 10 ਮੰਗੇ, ਤੁਸੀਂ 10 ਦੇ ਦਿੱਤੇ? 20 ਮੰਗੇ ਸੀ ਇਹਨਾਂ ਨੇ, ਮੈਂ ਇਹਨਾਂ ਨੂੰ 10 ਦਿੱਤੇ, ਕਿਉਂਕਿ ਮੈਂ ਕਿਹਾ ਮੇਰੇ ਕੋਲ ਇੱਕਦਮ ਇੰਨੀ ਪੇਮੈਂਟ ਨਹੀਂ ਆ, ਮੈਂ ਕਿਰਾਏ ਤੇ ਰਹਿਣਾ, ਮੈਨੂੰ ਪੇਮੈਂਟ ਇਕੱਠਾ ਕਰਨ ਲਈ ਵਿਆਜ ਸੇ ਮੈਂ ਪੈਸੇ ਲੈਣੇ ਸੀਗੇ, ਠੀਕ ਹੈ, ਤੇ ਮੈਨੂੰ ਕੁਝ ਟਾਈਮ ਦਿੱਤਾ ਜਾਵੇ ਨਾਲ। ਕੁੱਲ ਕਿੰਨੇ ਪੈਸੇ ਮੰਗੇ ਤੁਹਾਨੂੰ ਬਾਹਰ ਭੇਜਣ ਦੇ? ਇਹਨਾਂ ਨੇ 1,15,000 ਰੁਪਇਆ ਇਹਨਾਂ ਨੇ ਕੁੱਲ ਮੇਰੇ ਤੋਂ ਮੰਗਿਆ, 1 ਰੁਪਈਆ ਵੀ ਇਹਨਾਂ ਨੇ ਘੱਟ ਨਹੀਂ ਕੀਤਾ, ਠੀਕ ਹੈ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪ੍ਰੋਸੈਸ 10,000 ਰੁਪਇਆ ਮੈਂ ਇਹਨਾਂ ਨੂੰ ਦੇਤਾ, ਇਹਨਾਂ ਨੇ ਪ੍ਰੋਸੈਸ ਅੱਗੇ ਚਾਲੂ ਕਰਤਾ, ਠੀਕ ਹੈ। ਕੁਛ ਹੀ 4-5 ਦਿਨਾਂ ਦੇ ਵਿੱਚ ਇਹਨਾਂ ਨੇ ਮੇਰਾ ਮੈਡੀਕਲ ਵਗੈਰਾ ਕਰਵਾ ਕੇ, ਮੈਡੀਕਲ ਵੀ ਨਾਲ ਹੀ ਆ, 2-3 ਬਿਲਡਿੰਗਾਂ ਛੱਡ ਕੇ ਇੱਥੋਂ ਹੀ ਮੈਡੀਕਲ ਹੋਇਆ। ਉਹਨੇ ਕਿੰਨੇ ਪੈਸੇ ਲਏ ਮੈਡੀਕਲ? 3,000 ਰੁਪਇਆ ਮੈਡੀਕਲ ਵਾਲੇ ਨੇ ਲਿਆ, ਮੈਡੀਕਲ ਵਾਲੀ ਨੇ ਲਿਆ, ਠੀਕ ਹੈ। ਉਹਦਾ ਹੈ ਕੋਈ ਡਾਕੂਮੈਂਟ? ਨਹੀਂ, ਮੈਡੀਕਲ ਵਾਲੇ ਦਾ ਨਹੀਂ, ਉਹਨਾਂ ਨੇ ਰੱਖ ਲਿਆ ਸੀਗਾ, ਉਹ ਮੈਡੀਕਲ ਡਾਇਰੈਕਟ ਇਹਨਾਂ ਕੋਲ ਹੀ ਗਿਆ, ਠੀਕ ਹੈ। ਕਲਾਇੰਟ ਨੂੰ ਨਹੀਂ ਦਿੰਦੇ ਉਹ? ਨਹੀਂ, ਸਾਨੂੰ ਨਹੀਂ ਮੈਡੀਕਲ ਦਿੱਤਾ ਉਹਨਾਂ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਚ ਕੁਝ ਦਿਨਾਂ ਬਾਅਦ ਇਹਨਾਂ ਨੇ ਮੈਨੂੰ ਟੂਰਿਸਟ ਵੀਜ਼ਾ ਭਾਜੀ ਇਹਨਾਂ ਨੇ ਮੈਨੂੰ ਲਿਆ ਕੇ ਮੇਰੇ ਹੱਥ ਦੇ ਵਿੱਚ ਫੜਾਤਾ। ਟੂਰਿਸਟ ਸੀ ਜਾਂ ਵਿਜ਼ਟਰ ਸੀ? ਵਿਜ਼ਟਰ ਵੀਜ਼ਾ ਲਿਆ ਕੇ ਮੇਰੇ ਹੱਥ 'ਚ ਫੜਾਤਾ, ਜੋ ਕਿ 2 ਮਹੀਨਿਆਂ ਦਾ ਸੀਗਾ, ਠੀਕ ਹੈ ਸਰ। ਮੈਂ ਸ਼ੌਕ ਹੋ ਗਿਆ, ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਇਹ ਕੀ ਹੈ? ਉਹ ਕਹਿੰਦੇ ਭਾਜੀ ਇਹ ਵਿਜ਼ਟਰ ਵੀਜ਼ਾ ਹੈ, ਠੀਕ ਹੈ, ਜਿੱਦਾਂ ਤੁਸੀਂ ਉੱਥੇ ਜਾਓਗੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀਜ਼ਾ ਉਹ ਅਸੀਂ ਵਰਕ 'ਚ ਕਨਵਰਟ ਕਰਵਾ ਦਾਂਗੇ, ਤੁਹਾਨੂੰ ਉਦੋਂ ਤੱਕ ਕੰਮ ਕਰਨ ਦੀ ਲੋੜ ਨਹੀਂ ਹੈ। ਮੈਂ ਕਿਹਾ ਠੀਕ ਹੈ ਜੀ, ਕੋਈ ਗੱਲ ਨਹੀਂ, ਹੁੰਦਾ ਠੀਕ ਹੈ। ਮੈਂ ਕਿਹਾ ਸਾਰੇ ਸ਼ਾਰਟਕਟ ਅਪਣਾਉਂਦੇ ਨੇ, ਚਲੋ ਮੈਂ ਵੀ ਦੇਖ ਲੈਣਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਜੌਬਸ ਕਿੱਦਾਂ ਨੇ, ਹਨਾ, ਕਿ ਸਾਰਾ ਕੁਝ ਇੰਨਾ ਮਾੜਾ ਹਾਲ ਹੈ, ਤਾਂ ਕਰਕੇ ਮੈਨੂੰ ਇਹ ਸਟੈਪ ਚੁੱਕਣਾ ਪਿਆ। ਤੇ ਜਿੱਦਾਂ ਜਦ ਸਾਰਾ ਕੁਝ ਹੋ ਜਾਂਦਾ ਮੈਂ ਇਹਨਾਂ ਨੂੰ ਪੇਮੈਂਟ ਕਰ ਦੇਣਾ, 30,000 ਰੁਪਏ ਇਹਨਾਂ ਨੂੰ ਕੈਸ਼ ਕਰੀ ਹੈ, ਬਾਕੀ ਦੀ ਮੈਂ ਇਹਨਾਂ ਦੇ ਅਕਾਊਂਟ 'ਚ ਪੇ ਕਰੀ ਹੈ, ਠੀਕ ਹੈ। ਜਿੱਦਾਂ ਮੈਂ ਉੱਥੇ ਪਹੁੰਚ ਜਾਣਾ, 1,15,000 ਤੁਸੀਂ ਦਿੱਤਾ, ਸਬੂਤ ਹੈ ਸਾਰੇ? ਹਾਂਜੀ, ਮੇਰੇ ਕੋਲ 87,500 ਦਾ ਮੇਰੇ ਕੋਲ ਸਬੂਤ ਹੈਗਾ। 30,000 ਰੁਪਏ ਇਹਨਾਂ ਨੇ ਕੈਸ਼ ਲਿਆ, ਉਹ ਚਾਹੇ ਇਹਨਾਂ ਦੀ ਅਸੀਂ ਤੁਸੀਂ CCTV ਫੁਟੇਜ ਵੀ ਨਿਕਲਵਾ ਸਕਦੇ ਹੋ, ਜਿਹੜੇ ਮੈਂ ਇਹਨਾਂ ਨੂੰ ਪੇਮੈਂਟ ਪੇ ਕਰੀ ਹੈ। ਤੇ ਉਸ ਤੋਂ ਬਾਅਦ ਜੀ ਆਪਾਂ ਜੇ ਗੱਲ ਕਰੀ, ਮੈਂ ਉੱਥੇ ਚੱਲ ਗਿਆ, ਠੀਕ ਹੈ ਜੀ। ਇੱਥੋਂ ਦੀ ਮੈਂ ਗਿਆ, ਮੇਰੀ 20 ਤਰੀਕ ਨੂੰ ਫਲਾਈਟ ਸੀ, ਠੀਕ ਹੈ। ਮੈਂ ਉੱਥੇ ਪਹੁੰਚਿਆ ਤਾਂ ਉੱਥੇ ਜੀ ਮੈਨੂੰ 20 ਜੁਲਾਈ 2023 ਤੇ ਮੈਂ ਉੱਥੇ ਪਹੁੰਚਿਆ ਦੁਬਈ 에ਅਰਪੋਰਟ ਦੇ ਵਿੱਚ ਭੇਜਿਆ ਇਹਨਾਂ ਨੇ ਮੈਨੂੰ, ਉੱਥੇ ਭੇਜਿਆ। ਸਾਰਾ ਕੁਝ ਫੇਕ ਡਾਕੂਮੈਂਟਸ ਲਗਾਏ ਇਹਨਾਂ ਨੇ ਵਿਜ਼ਿਟਰ ਵੀਜ਼ੇ ਦੇ ਵਿੱਚ, ਆ ਟਰੈਵਲ ਇੰਸ਼ੋਰੈਂਸ ਦੇ ਲਗਾਤੇ ਕਿ ਤੇਰੀ ਵਿਜ਼ਿਟਰ ਵੀਜ਼ਾ ਦੇ ਵਿੱਚ ਵਰਕ ਵੀਜ਼ਾ ਦੇ ਨਾਮ ਤੇ ਆ ਵਿਜ਼ਿਟਰ ਵੀਜ਼ਾ ਦੇ ਵਿੱਚ ਮੈਨੂੰ ਆ ਥੋਪਤਾ ਇਹਨਾਂ ਨੇ। ਫੇਕ ਹੋਟਲ ਬੁਕਿੰਗ ਆ, ਇਹ ਕੋਈ ਹੋਟਲ ਬੁਕਿੰਗ ਮੇਰੇ ਵੱਲੋਂ ਨਹੀਂ ਹੋਈ, ਸਭ ਕੁਝ ਇਹਨਾਂ ਨੇ ਮੈਨੂੰ ਪ੍ਰੋਵਾਈਡ ਕਰਕੇ ਦਿੱਤਾ, ਠੀਕ ਹੈ। ਇੱਕ ਫੇਕ ਮਤਲਬ ਕੀ? ਤੁਸੀਂ ਉੱਥੇ ਗਏ, ਤੁਹਾਡੇ ਨਾਂ ਤੇ ਕਮਰਾ ਨਹੀਂ ਸੀ ਹੋਟਲ 'ਚ? ਹੋਟਲ ਦੇ ਵਿੱਚ ਕੋਈ ਵੀ ਕਮਰਾ ਨਹੀਂ ਸੀਗਾ। ਇੱਕ ਬੰਦੇ ਨੇ ਆਣਾ ਸੀਗਾ, ਕੰਪਨੀ ਦੇ ਬੰਦੇ ਨੇ ਮੈਨੂੰ ਲੈਣ ਆਣਾ ਸੀਗਾ। ਤਕਰੀਬਨ 3 ਘੰਟੇ 에ਅਰਪੋਰਟ ਵੇਟ ਕਰਨ ਤੋਂ ਬਾਅਦ ਉਹ ਬੰਦਾ ਸਾਨੂੰ ਲੈਣ ਆਇਆ ਮੈਨੂੰ, ਠੀਕ ਹੈ। ਉਸ ਤੋਂ ਬਾਅਦ ਚੋਂ ਅਸੀਂ ਇਹ ਸਾਨੂੰ ਕੰਪਨੀ ਦੇ ਵਿੱਚ ਲੈ ਗਿਆ। ਉਹ ਬੰਦਾ ਜਦੋਂ ਪਹੁੰਚਿਆ ਨਾ, ਉਹਦਾ ਸਾਡੇ ਪ੍ਰਤੀ ਇੰਨਾ ਕੁ ਬਿਹੇਵੀਅਰ ਰੂਡ ਸੀਗਾ ਕਿ ਜਿੱਦਾਂ ਅਸੀਂ ਮੰਗਤੇ ਆਏ ਹੁੰਨੇ ਆ ਉੱਥੇ ਸਾਨੂੰ ਤੂੰ ਕਰਕੇ, ਸਾਊਥ ਇੰਡੀਅਨ ਸੀਗਾ, ਲੇਕਿਨ ਉਹਨੇ ਬੜੀ ਬਦਸਲੂਕੀ ਦੇ ਨਾਲ ਸਾਡੇ ਨਾਲ ਕਰਿਆ। ਸਾਨੂੰ ਫੀਲ ਹੋਇਆ ਕਿ ਅਸੀਂ ਕਿੱਥੇ ਆ ਗਏ ਹਾਂ, ਹਨਾ, ਆਊਟ ਆਫ ਇੰਡੀਆ ਗਏ ਹਾਂ। ਇਕੱਲੇ ਸੀ ਤੁਸੀਂ? ਹਾਂਜੀ,
ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜੀ ਕੰਪਨੀ ਦੇ ਵਿੱਚ ਸਾਨੂੰ ਲੈ ਗਏ, ਠੀਕ ਹੈ। ਜਦੋਂ ਸਟਾਰਟਿੰਗ ਕਰਨ ਲੱਗੇ ਉੱਥੇ ਸਾਡੀ ਜੁਆਇਨਿੰਗ ਕਰਵਾਤੀ। ਮੈਂ ਇਹਨਾਂ ਨੂੰ ਪੁੱਛਿਆ, ਇਹਨਾਂ ਨੇ 2 ਅਲੱਗ-ਅਲੱਗ ਮੈਨੂੰ ਆਫਰ ਲੈਟਰ ਦਿੱਤੀਆਂ। ਇੱਕ ਇਹਨਾਂ ਨੇ ਬਲੂ ਰਾਈਜ਼ ਦੀ ਮੈਨੂੰ ਆਫਰ ਲੈਟਰ ਦਿੱਤੀ, ਦੂਜੀ ਇਹਨਾਂ ਨੇ ਮੈਨੂੰ ਜਿਹੜੀ ਆਫਰ ਲੈਟਰ ਦਿੱਤੀ ਇਸ ਨਾਮ ਤੇ ਦਿੱਤੀ, HR ਬੇਟਾ, ਠੀਕ ਹੈ। ਅੱਛਾ, ਹਾਂਜੀ, ਇਸ ਨਾਮ ਦੀ ਮੈਨੂੰ ਦਿੱਤੀ। ਤੇ ਮੈਂ ਜਦੋਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ? ਕਹਿੰਦੇ ਜੀ ਇਹ ਸਿਰਫ ਆਪਾਂ ਤਾਂ ਕਰਕੇ ਦੇ ਰਹੇ ਹਾਂ, ਤੁਹਾਡਾ ਪਾਸਪੋਰਟ ਜਿਹੜਾ ਉਹ ਸੇਫ ਰਹੇਗਾ, ਠੀਕ ਹੈ। ਜਾਂਦੇ ਇਹਨਾਂ ਨੇ ਸਾਡੇ ਪਾਸਪੋਰਟ ਵੀ ਸਾਡੇ ਕੋਲ ਲੈ ਲਏ, ਠੀਕ ਹੈ। ਉੱਥੇ ਪਹੁੰਚਦੇ ਸਾਰੀ ਇਹਨਾਂ ਨੇ ਪਾਸਪੋਰਟ ਮੇਰੇ ਕੋਲੋਂ ਲੈ ਲਿਆ। ਜਿੱਦਾਂ ਅਸੀਂ ਕੈਂਪਸ ਦੇ ਅੰਦਰ ਐਂਟਰ ਹੁੰਦੇ ਆ, ਇਹਨਾਂ ਨੇ ਪਾਸਪੋਰਟ ਜੀ ਮੇਰੇ ਕੋਲ ਲੈ ਲਿਆ। ਜਦੋਂ ਮੈਂ ਇਹਨਾਂ ਨਾਲ ਆਰਗਿਊ ਕਰਿਆ, ਮੈਂ ਕਿਹਾ ਮੇਰੀ ਜਿੱਦਾਂ ਕਿ ਤੁਸੀਂ ਮੈਨੂੰ ਹਾਇਰ ਕਰਿਆ ਕਿ ਉਹ ਬਲੂ ਰਾਈਜ਼ ਕੰਪਨੀ ਆ, ਤੁਸੀਂ ਮੈਨੂੰ ਇੱਥੇ ਕਿਉਂ ਕਰ ਰਹੇ ਹੋ? ਤੇ ਉਹਨਾਂ ਨੇ ਜੀ ਮੇਰੇ ਨਾਲ ਰੂਡ ਬਿਹੇਵੀਅਰ ਉਹਨਾਂ ਨੇ ਵੀ ਚਾਲੂ ਕਰਨਾ ਸ਼ੁਰੂ ਕਰਤਾ। ਮੈਂ ਕਿਹਾ ਜੀ ਹੁਣ ਆਏ ਆ, ਕੀ ਕਰਨਾ ਤਾਂ ਪੈਣਾ ਹੀ ਹੈ ਕੰਮ, ਠੀਕ ਆ। ਬਟ ਜੌਬ ਤਾਂ ਡਾਟਾ ਆਪਰੇਟਰ ਦੀ ਇਹਨਾਂ ਨੇ ਮੈਨੂੰ ਕਿਹਾ, ਡਾਟਾ ਐਂਟਰੀ ਦੀ ਕਹੀ ਹੋਈ ਹੈ, ਉਹੀ ਰਹੇਗੀ ਜੌਬ। ਬਟ ਨੈਕਸਟ ਡੇ ਜਦੋਂ ਇਹਨਾਂ ਨੇ ਮੈਨੂੰ ਜੌਬ ਤੇ ਬੁਲਾਇਆ, ਮੈਂ ਕਿਹਾ ਨੈਕਸਟ ਡੇ ਮੈਂ ਕਿਵੇਂ ਆ ਜਾ, ਜਦੋਂ ਤੁਸੀਂ ਮੈਨੂੰ ਵਰਕ ਵੀਜ਼ਾ ਦਿੱਤਾ ਹੋਇਆ, ਵਿਜ਼ਿਟਰ ਵੀਜ਼ਾ ਦਿੱਤਾ, ਜਦੋਂ ਤੱਕ ਤੁਸੀਂ ਮੈਨੂੰ ਵਰਕ 'ਚ ਨਹੀਂ ਕਰੋਗੇ ਮੈਂ ਕਿਵੇਂ ਕਰੂੰਗਾ? ਮੈਂ ਕਿਹਾ ਮੈਨੂੰ ਤਾਂ ਪੁਲਿਸ ਫੜ ਕੇ ਲੈ ਜਾਊਗੀ ਜਾਂ ਮੈਨੂੰ ਫਾਈਨ ਦੇ ਦੂਗੀ, ਮੇਰੇ ਤਾਂ ਪਿੱਛੋਂ ਪਰਿਵਾਰ ਇੰਨਾ ਗਰੀਬ ਆ, ਕੌਣ ਪੈਸੇ ਦਊਗਾ, ਹੈ ਨਾ। ਤੇ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਕਹਿੰਦੇ ਨਹੀਂ ਜੀ ਕੱਲ ਤੁਹਾਨੂੰ ਆਉਣਾ ਹੀ ਪੈਣਾ, ਮਜਬੂਰੀ ਹੈ ਸਰ, ਦੇਖੋ ਗਏ ਆ ਹੁਣ, ਜਾਣਾ ਤਾਂ ਪੈਣਾ ਹੀ ਹੈ, ਠੀਕ ਹੈ। ਉਸ ਤੋਂ ਬਾਅਦ 'ਚੋਂ ਅਗਲੇ ਦਿਨ ਜਦੋਂ ਮੈਂ ਜਾਣਾ, ਉੱਥੇ ਜੀ ਬਹੁਤ ਹੀ ਵੱਡਾ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਸੱਟੇ ਦਾ ਕੰਪਲੈਕਸ ਲਾ ਲਓ, ਕੀ ਹੈ ਕੀ ਨਹੀਂ ਰੱਬ ਪਰਮਾਤਮਾ ਜਾਣਦਾ। ਮੈਂ ਗਿਆ ਉੱਥੇ, ਮੈਨੂੰ ਜੀ ਉਹਨਾਂ ਨੇ ਜਾਂਦੇ 1 ਘੰਟਾ ਉਹਨਾਂ ਨੇ ਦਿਖਾਇਆ ਕਿ ਇੱਦਾਂ ਕਾਲਿੰਗ ਹੁੰਦੀ ਹੈ, ਕਾਲਿੰਗ ਦੇ ਵਿੱਚ ਮੈਨੂੰ ਪਾਤਾ। ਮੈਂ ਕਿਹਾ ਜੀ ਇਹ ਤਾਂ ਬਹੁਤ ਗਲਤ ਹੋ ਰਿਹਾ ਕਿ ਮੈਨੂੰ ਜੌਬ ਕੋਈ ਹੋਰ ਕਹੀ ਹੈ, ਇੱਥੇ ਮੈਨੂੰ ਜੌਬ ਕੋਈ ਹੋਰ ਦਿਲਾਈ ਜਾ ਰਹੀ ਹੈ, ਠੀਕ ਹੈ। ਜਦੋਂ ਮੈਂ ਉਹਨਾਂ ਦੀ ਕਨਵਰਸੇਸ਼ਨ ਸੁਣਦਾ, ਉਹ ਇੱਕ ਤਰ੍ਹਾਂ ਦਾ ਜਿੱਦਾਂ ਜੇ ਕੋਈ ਪੈਸੇ ਸੱਟੇ ਦੇ ਲਾਤਾ ਮੈਨੂੰ, ਜੇ ਇੱਕ HR ਬੇਟਾ ਇੱਦਾਂ ਦੀ ਸੱਟੇ ਦੀ ਕੰਪਨੀ ਹੈ, ਹਾਂਜੀ, ਤੇ ਇਹ ਤੇ ਮੈਨੂੰ ਸੱਟੇ ਦੇ ਵਿੱਚ ਲਾਤਾ ਇਹਨਾਂ ਦੇ ਵਿੱਚ। ਕੰਮ ਕੀ ਕਿਹਾ ਤੁਹਾਨੂੰ ਜੀ, ਕੰਮ ਕੀ ਕਰਨਾ ਹੈ? ਕੰਮ ਮੈਨੂੰ ਭਾਜੀ ਇਹਨਾਂ ਨੇ ਇਦਾਂ ਕਿਹਾ ਕਿ ਤੈਨੂੰ ਜਿਹੜਾ ਵਾ ਕਿ ਇਹਦੇ ਵਿੱਚੋਂ ਲੋਕਾਂ ਕੋਲੋਂ ਪੈਸੇ ਕਲੈਕਟ ਕਰਨੇ ਨੇ, ਠੀਕ ਹੈ। ਤੇ ਕਿਸੇ ਕੋਲ 500 ਪਾਉਣਾ ਹੈ, ਉਹਦੀ ID ਬਣਵਾ ਕੇ ਰਜਿਸਟਰ ਕਰਵਾ ਕੇ ਉਹਨੂੰ ਕਹਿਣਾ 500 ਰੁਪਈਆ ਤੁਹਾਡੇ ਅਕਾਊਂਟ 'ਚ ਪਾ ਦੇ, ਠੀਕ ਹੈ। ਅਸੀਂ ਇੰਡੀਅਨ ਨੰਬਰ ਹੁੰਦਾ ਇਹਨਾਂ ਕੋਲ, ਦੁਬਈ ਦੇ ਵਿੱਚ ਰਹਿ ਕੇ ਇੰਡੀਅਨ ਨੰਬਰ ਇਹਨਾਂ ਕੋਲ ਹੁੰਦਾ, ਠੀਕ ਹੈ। ਜਿਹੜਾ ਕਿ ਮੈਨੂੰ ਪੁੱਛਦੇ ਨੇ, ਮੈਂ ਕਿਹਾ ਕੀ ਕਹੂੰਗਾ ਜੇ ਮੈਨੂੰ ਕੰਪਨੀ ਦਾ ਪੁੱਛਣਗੇ, ਕਹੀਂ ਕਿ ਕਰੋਲ ਬਾਗ ਦਿੱਲੀ ਤੋਂ ਗੱਲ ਕਰ ਰਹੇ ਹਾਂ ਅਸੀਂ, ਬੈਠੇ ਤੁਸੀਂ ਦੁਬਈ ਸੀ? ਬੈਠੇ ਦੁਬਈ 'ਚ ਸੀਗੇ। ਇਹ ਇੱਕ ਤਰ੍ਹਾਂ ਦਾ ਮੇਰੇ ਕੋਲੋਂ ਇੱਕ ਸੱਟਾ ਕਰਵਾ ਰਹੇ ਸੀਗੇ। ਕੱਲ ਨੂੰ ਰੱਬ ਜਾਣਦਾ ਜੇ ਮੈਨੂੰ ਪੁਲਿਸ ਫੜ ਲੈਂਦੀ ਜਾਂ ਕੁਝ ਹੁੰਦਾ, ਮੇਰਾ ਜਾਂ ਮੇਰੇ ਪਿੱਛੇ ਪਰਿਵਾਰ ਦਾ ਕੀ ਹੁੰਦਾ, ਹਨਾ। ਮੇਰੀ ਵਾਈਫ ਪ੍ਰੈਗਨੈਂਟ ਆ, ਜਿਹਨੂੰ ਛੱਡ ਕੇ ਮੈਂ 4 ਮਹੀਨੇ ਹਨਾ 4 ਮਹੀਨੇ ਦੀ ਪ੍ਰੈਗਨੈਂਸੀ, ਜਿਹਨੂੰ ਮੈਂ ਛੱਡ ਕੇ ਬਾਹਰ ਜਾ ਰਿਹਾ ਇੰਨੇ ਰਿਸਕ ਦੇ ਵਿੱਚ, ਪਿੱਛੋਂ ਉਹਨੂੰ ਕੋਈ ਵੀ ਦੇਖਣ ਵਾਲਾ ਇੱਥੇ ਨਹੀਂ ਸੀਗਾ। ਲੋਕਾਂ ਕੋਲੋਂ ਮੰਗ ਕੇ ਪੈਸੇ ਜਿਹੜੇ ਆ ਉਹ ਅਸੀਂ ਪੂਰੇ ਕਰੇ। 2000 ਰੁਪਏ ਮੈਂ ਦਿਖਾ ਸਕਦਾ ਕਿ ਜਿਹੜਾ ਮੈਂ ਲੋਨ ਲੈ ਕੇ 2000 ਰੁਪਏ ਦੀ, ਇੰਨਾ ਮਾੜਾ ਹਾਲਾਤ ਹੋ ਗਿਆ ਸੀ, 1,15,000 ਇਕੱਠੇ ਕਰਨੇ ਕਿ 2000 ਰੁਪਏ ਮੈਂ ਐਂਡ 'ਚ ਲੋਨ ਲੈ ਕੇ। ਮਨ ਨਹੀਂ ਮੰਨਿਆ ਉਹ ਕੰਮ ਕਰਨ ਨੂੰ? ਨਹੀਂ, ਉਹ ਕੰਮ ਕਰਨ ਨੂੰ ਜਿਹੜਾ ਮੇਰਾ ਉਹ ਮਨ ਨਹੀਂ ਮੰਨਿਆ। ਜਦੋਂ ਮੈਂ ਉਹਨਾਂ ਨਾਲ ਆਰਗਿਊ ਕਰਿਆ, ਮੈਨੂੰ ਕਹਿੰਦੇ ਕਿ ਤੈਨੂੰ ਇਹੀ ਕੰਮ ਕਰਨਾ ਪੈਣਾ, ਠੀਕ ਹੈ। ਮਤਲਬ ਤੁਹਾਨੂੰ ਮੈਨੂੰ ਦਬਾਅ ਪਾਇਆ, ਹਾਂਜੀ ਬਿਲਕੁਲ। ਮੈਂ ਤੁਹਾਨੂੰ ਦੱਸਦਾ, ਮੈਨੂੰ ਕਹਿੰਦੇ ਤੈਨੂੰ ਇਹੀ ਕੰਮ ਕਰਨਾ ਪੈਣਾ। ਜਦੋਂ ਮੈਂ ਉਹਨਾਂ ਨਾਲ ਗੱਲ ਕਰੀ, ਮੈਂ ਆਰਗਿਊ ਕਰਿਆ, ਮੈਨੂੰ ਕਹਿੰਦੇ ਕੋਈ ਗੱਲ ਨਹੀਂ ਤੂੰ ਜਾ ਕੇ ਕਮਰੇ 'ਚ ਬੈਠ। ਮੈਂ ਕਮਰੇ 'ਚ ਜਾਂਦਾ, ਠੀਕ ਹੈ। 8 ਵਜੇ ਦੀ ਗੱਲ ਹੈ, ਰਾਤ ਦੇ 8 ਵਜੇ ਦੀ ਗੱਲ ਹੈ, ਜਦੋਂ ਮੈਨੂੰ ਕਮਰੇ 'ਚ ਭੇਜ ਦਿੰਦੇ ਨੇ ਤੇ ਮੈਂ ਉੱਥੇ ਬਹਿੰਦਾ ਅੱਧਾ ਘੰਟਾ ਬੈਠਦਾ। 2 ਬੰਦੇ ਮੇਰੇ ਕੋਲ ਅਣਪਛਾਤੇ ਆਉਂਦੇ ਨੇ, ਜਿਹੜੇ ਕਹਿੰਦੇ ਕਿ ਅਸੀਂ ਪੁਲਿਸ ਆ। ਪਹਿਲੇ ਤਾਂ ਇੰਗਲਿਸ਼ 'ਚ ਗੱਲ ਕਰਦੇ ਨੇ ਥੋੜੀ ਦੇਰ, ਬਾਅਦ 'ਚੋਂ ਮੈਨੂੰ ਲੈ ਜਾਂਦੇ ਨੇ ਗੱਡੀ 'ਚ ਬਿਠਾ ਕੇ, ਠੀਕ ਹੈ। ਪੁਲਿਸ ਦੀ ਵਰਦੀ ਸੀ ਉਹਨਾਂ ਦੀ? ਹਾਂ, ਨਹੀਂ ਪੁਲਿਸ ਦੀ ਵਰਦੀ ਨਹੀਂ ਸੀਗੇ, ਇਦਾਂ ਅਨਯੂਨੀਫਾਰਮ ਹੀ ਸੀਗੇ। ਹੁਣ ਮੈਨੂੰ ਬਿਠਾ ਕੇ ਲੈ ਜਾਂਦੇ ਨੇ, ਰਾਹ ਦੇ ਵਿੱਚ ਮੇਰੇ ਨਾਲ ਇੰਨੀ ਮਾਰ ਕੁਟਾਈ ਕਰਦੇ ਨੇ ਉਹ ਬੰਦੇ ਕਿ ਮੇਰੀ ਪਿੱਠ ਦੇ ਵਿੱਚ ਲੱਤਾਂ ਮਾਰਦੇ ਨੇ, ਮੇਰੀ ਢਿੱਡ ਦੇ ਵਿੱਚ ਲੱਤਾਂ ਮਾਰਦੇ ਨੇ, ਨਾਲ ਮੇਰੇ ਚਪੇੜਾਂ ਮਾਰੀਆਂ, 7-8 ਚਪੇੜਾਂ ਉਹਨਾਂ ਨੇ ਮਾਰੀਆਂ ਕਿ ਇਹ ਸਾਡੇ ਤੋਂ ਡਰ ਜਾਏਗਾ। ਗੱਡੀ 'ਚ ਤੁਹਾਨੂੰ ਕੁੱਟਿਆ 2 ਬੰਦਿਆਂ ਨੇ? ਜੀ, ਗੱਡੀ ਦੇ ਵਿੱਚ ਮੈਨੂੰ ਕੁੱਟਿਆ ਤਾਂ ਉਹਨਾਂ ਨੇ, 2 ਜਾਣਿਆਂ ਨੇ ਮੈਨੂੰ ਇੰਨਾ ਕੁੱਟਿਆ। ਦੇਖੋ ਜੀ ਹੁਣ ਮੈਂ ਬਾਹਰ ਸੀਗਾ, ਮੈਂ ਤਾਂ ਡਰ ਗਿਆ ਸੀਗਾ ਇੱਕਦਮ ਕਿ ਮੈਂ ਕਿਹਾ ਮੈਂ ਮਰ ਗਿਆ ਅੱਜ, ਮੈਂ ਜਿੰਦਾ ਨਹੀਂ ਰਹਿਣਾ। ਜੇ ਤਾਂ ਮੈਂ ਹੋ ਗਿਆ ਮੇਰਾ ਕੰਮ, ਮੈਨੂੰ ਤਾਂ ਇਦਾਂ ਲੱਗਦਾ ਸੀਗਾ ਕਿ ਬਸ ਮੈਂ ਰਹਿ ਗਿਆ, ਠੀਕ ਹੈ। ਹਾਂਜੀ, ਬੜੀ ਮੁਸ਼ਕਲ ਉਹਨਾਂ ਨੇ ਮੈਨੂੰ ਘੰਟੇ ਕੇ ਬਾਅਦ ਮੈਨੂੰ ਸੁਨਸਾਨ ਰਾਤੀ 10-11 ਵਜੇ ਦੀ ਗੱਲ ਆ, ਮੈਨੂੰ ਰੋਡ ਦੇ ਉੱਤੇ ਛੱਡਤਾ। ਹਾਈਵੇ ਸੀਗਾ, ਉੱਥੇ ਕਿਸੇ ਦੀਆਂ ਮਿਹਨਤਾਂ ਕਰਕੇ ਟੈਕਸੀ ਡਰਾਈਵਰ ਦੀਆਂ, ਮੈਂ ਕਿਹਾ ਮੈਨੂੰ ਲੱਗੇ, ਮੈਂ ਕਿਹਾ ਮੈਨੂੰ ਪੁਲਿਸ ਸਟੇਸ਼ਨ ਦੇ ਵਿੱਚ ਲਾ ਦੇ, ਮੈਂ ਕਿਹਾ ਮੈਂ ਬਹੁਤ ਦੁਖੀ ਆ, ਮੈਂ ਕਿਹਾ ਮੈਂ ਇੱਥੇ ਹੀ ਮਰ ਜਾਣਾ। ਉਹਨੇ ਗੱਡੀ ਵਾਲੇ ਨੇ ਵੀ ਮੇਰੀ ਸਾਰੀ ਗੱਲ ਸੁਣੀ ਤਾਂ ਮੈਨੂੰ ਲਾਗੇ ਲੱਗਦੇ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਮੈਨੂੰ ਉਹਨੇ ਲਾਤਾ। ਜਦੋਂ ਮੈਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤਾਂ ਮੇਰੇ ਕੋਲ ਕੰਪਨੀ ਦਾ ਕੋਈ ਵੀ ਕੰਟੈਕਟ ਨੰਬਰ ਨਹੀਂ ਸੀਗਾ, ਠੀਕ ਹੈ। ਉਹ ਜਿਹੜਾ ਬੰਦਾ ਮੈਨੂੰ 에ਅਰਪੋਰਟ ਤੋਂ ਪਿਕ ਕਰਿਆ ਸੀ ਤੇ ਮੈਂ ਉਹਦਾ ਨੰਬਰ ਦਿੱਤਾ, ਉਹ ਪਿਕ ਨਹੀਂ ਸੀ ਕਰ ਰਿਹਾ। ਮੈਂ ਆਪਣੇ ਏਜੰਟ ਨੂੰ ਸਾਰੀ ਰਾਤ ਕਾਲ ਕਰਦਾ ਰਿਹਾ। ਕੀ ਨਾਮ ਤੁਹਾਡੇ ਏਜੰਟ ਦਾ? ਸਾਹਿਬ ਕੰਸਲਟੈਂਟ ਰਣਜੀਤ ਕਰਕੇ ਸੀਗਾ, ਜਿਹਨੇ ਮੇਰੇ ਤੋਂ ਪੈਸੇ ਲਏ ਸੀਗੇ। ਮੈਂ ਉਹਨੂੰ ਕਾਲ ਕਰੀ, ਮੈਂ ਕਿਹਾ ਭਾਜੀ ਮੈਂ ਕਿਹਾ ਮੈਂ ਇੱਥੇ ਫਸਿਆ ਪਿਆ, ਮੈਂ ਮਰ ਜੂੰਗਾ, ਮੈਂ ਸਾਰਾ ਕੁਝ ਕਰ ਲੂੰਗਾ। ਮੈਂ ਕਿਹਾ ਮੈਂ ਇੱਥੇ ਮੈਂ ਕਿਹਾ ਮੈਨੂੰ ਜਿੱਦਾਂ ਮਰਜ਼ੀ ਕਰਕੇ ਮੈਂ ਕਿਹਾ ਮੈਨੂੰ ਉੱਥੋਂ ਕਢਾਓ। ਮੈਂ ਕਿਹਾ ਠੀਕ ਹੈ। ਰਾਤ ਦੇ ਮੈਂ ਕਿਹਾ ਦੱਸੋ 1 ਵਜ ਗਿਆ। ਮੈਂ ਕਿਹਾ ਭਾਜੀ ਰਿਜ਼ਲਟ, ਅੱਛਾ ਇਹ ਸਾਡੀ ਸਾਰੀ ਚੈਟ ਦੇ ਕਾਗਜ਼ ਹੈ? ਇਹ ਸਾਰੀ ਚੈਟ ਦੇ ਕਾਗਜ਼ ਹੈ, ਠੀਕ ਹੈ। ਹਾਂਜੀ, ਤੇ ਸਾਰਾ ਕੁਝ ਮੈਂ ਇਹਨੂੰ ਮਤਲਬ ਕਿ ਕਿਹਾ ਚੈਟ ਦੇ ਵਿੱਚ ਰਾਤ ਨੂੰ ਕਿਹਾ। ਮੈਂ ਕਿਹਾ ਭਾਜੀ ਮੈਂ ਹੱਥ ਜੋੜਦਾ ਤੁਹਾਡੇ ਅੱਗੇ,
ਠੀਕ ਹੈ। ਮੈਂ ਕਿਹਾ ਮੈਨੂੰ ਪਾਸਪੋਰਟ ਦਵਾ ਦਿਓ, ਮੈਂ ਨਹੀਂ ਵਾਪਸ ਜਾਣਾ, ਮੈਂ ਸੇਫ ਨਹੀਂ ਹੈਗਾ ਇਸ ਕੰਪਨੀ ਦੇ ਵਿੱਚ। ਮੈਂ ਭਾਰਤ ਵਾਪਸ ਜਾਣਾ ਹੈ। ਹਾਂਜੀ ਮੈਂ ਭਾਰਤ ਵਾਪਸ ਜਾਣਾ, ਮੈਨੂੰ ਪਾਸਪੋਰਟ ਦਵਾ ਦਿਓ। ਤੇ ਮੈਂ ਪੁਲਿਸ ਨੂੰ ਵੀ ਦੱਸਿਆ, ਪੁਲਿਸ ਨੇ ਹਾਰ ਕੇ ਉਸ ਬੰਦੇ ਨੂੰ ਕਾਲ ਕਰੀ। ਪੁਲਿਸ ਵੀ ਇਸ ਤੋਂ ਵੱਧ ਕੇ ਕੀ ਕਰ ਸਕਦੀ ਸੀਗੀ। ਪੁਲਿਸ ਕਹਿੰਦੀ ਕੋਰਟ ਕੇਸ ਕਰ ਦਿਓ। ਮੇਰੇ ਕੋਲ ਤਾਂ ਜੀ ਮੇਰੇ ਜੇਬੇ 'ਚ ਤਾਂ ਦਵਾਨੀ ਨਹੀਂ ਸੀਗੀ। 600 ਦਰਾਮ ਮੈਂ ਇੱਥੋਂ ਲੈ ਕੇ ਗਿਆ ਸੀਗਾ। 400 ਦਰਾਮ ਜਿਹੜੇ ਉਹਨਾਂ ਨੇ ਮੈਨੂੰ ਕੁੱਟ ਕੇ ਉਸ ਬੰਦਿਆਂ ਨੇ ਅਣਪਛਾਤਿਆਂ ਨੇ ਮੇਰੇ 400 ਦਰਾਮ ਕੱਢ ਇੰਡੀਅਨ ਕਿੰਨੀ ਰਕਮ ਬਣੀ ਕੋਈ 20-22 ਹਜ਼ਾਰ ਹੋਊਗਾ ਜਿਹੜਾ ਮੈਂ ਨਾ ਇਹਨਾਂ ਤੋਂ ਖੋਲਿਆ। ਏਜੰਟ ਤਾਂ ਮੈਨੂੰ ਕਹਿੰਦਾ ਸੀ ਜਦੋਂ ਤੁਸੀਂ ਉੱਥੇ ਜਾਓਗੇ ਤੁਹਾਨੂੰ 150 ਦਰਾਮ ਨਾਲ ਵੀ ਮਿਲੇਗਾ, ਬਟ ਇਦਾਂ ਮੇਰੇ ਨਾਲ ਨਹੀਂ ਹੋਇਆ। ਉਲਟਾ ਮੇਰੇ 400 ਦਰਾਮ ਇਹਨਾਂ ਨੇ ਮੇਰੇ ਤੋਂ ਖੋਲੇ। ਠੀਕ ਹੈ ਜੀ। ਉਹ 200 ਦਰਾਮ ਰੱਬ ਦੀ ਪਰਮਾਤਮਾ ਦੀ ਇੰਨੀ ਕਿਰਪਾ ਰਹੀ ਕਿ ਉਹ 200 ਦਰਾਮ ਮੇਰੇ ਕੋਲ ਸੀਗਾ। ਠੀਕ ਹੈ। ਤੇ ਉਸ ਤੋਂ ਬਾਅਦ ਉੱਥੇ ਪੁਲਿਸ ਨੇ ਵੀ ਮੇਰੀ ਕੋਈ ਏਡੀ ਹੈਲਪ ਨਹੀਂ ਕਰੀ। ਠੀਕ ਹੈ। ਪਾਸਪੋਰਟ ਦਿਵਾਉਣ 'ਚ ਫਿਰ ਉੱਥੇ 2 ਬੰਦੇ ਮਿਲੇ ਮੈਨੂੰ ਜਿਨ੍ਹਾਂ ਨਾਲ ਮੈਂ ਆਪਣਾ ਰਾਬਤਾ ਕਰਿਆ, ਜਿਨ੍ਹਾਂ ਨੂੰ ਗੱਲਬਾਤ ਦੱਸੀ ਸਾਰੀ। ਉਹਨਾਂ ਨੇ ਕੰਪਨੀ ਦੇ ਇਸ ਬੰਦੇ ਨੂੰ ਫੋਨ ਕਰਿਆ ਜਿਹਨੇ ਮੈਨੂੰ ਪਿਕ ਕਰਿਆ। ਕੁਦਰਤੀ ਉਹਨੇ ਫੋਨ ਚੱਕਿਆ, ਕਹਿੰਦਾ ਭਾਜੀ ਇਹਦਾ ਪਾਸਪੋਰਟ ਦਵਾਓ। ਫਿਰ ਉਹਨਾਂ ਨੂੰ ਵੀ ਥੋੜਾ ਹੋਇਆ ਕਿ ਹਾਂ ਵੀ ਉੱਥੋਂ ਦਾ ਲੋਕਲ ਬੰਦਾ ਸਾਨੂੰ ਕਹਿ ਰਿਹਾ ਕਿ ਪਾਸਪੋਰਟ ਦਵਾਓ। ਇਸੇ ਡਰ ਦੇ ਵਿੱਚ ਕਹਿੰਦੇ ਕੋਈ ਗੱਲ ਨਹੀਂ, ਇਹਨੂੰ ਕੈਂਪਸ ਵਾਪਸ ਭੇਜੋ ਤੇ ਅਸੀਂ ਸਵੇਰੇ ਇਹਨਾਂ ਨੂੰ ਅਸੀਂ ਪਾਸਪੋਰਟ ਦੇ ਦਾਂਗੇ। ਠੀਕ ਹੈ। ਤੇ ਫਿਰ ਜੀ ਮੈਂ ਮਨਾ ਕਰਤਾ, ਮੈਂ ਕਿਹਾ ਮੈਂ ਨਹੀਂ ਜਾਣਾ, ਮੈਨੂੰ ਤਾਂ ਖਤਰਾ। ਮੈਂ ਕਿਹਾ ਮੈਨੂੰ ਤਾਂ ਇਹਨਾਂ ਤੋਂ ਖਤਰਾ ਹੈ ਪੂਰਾ। ਮੈਂ ਕਿਹਾ ਇਹਨਾਂ ਨੇ ਮੈਨੂੰ ਕੁੱਟਿਆ, ਉੱਥੇ ਜਾ ਕੇ ਕੀ ਕਰਨਗੇ। ਕਹਿੰਦੇ ਨਹੀਂ ਕੁਝ ਨਹੀਂ ਕਰਦੇ। ਉਹਨਾਂ ਨੇ ਮੈਨੂੰ ਯਕੀਨ ਦਿਵਾਇਆ, ਜਿਹੜੇ 2 ਬੰਦੇ ਪਾਕਿਸਤਾਨੀ ਸੀਗੇ ਸਾਡੇ ਭਰਾ, ਉਹਨਾਂ ਨੇ ਸਾਨੂੰ ਇੰਨਾ ਵਿਸ਼ਵਾਸ ਦਿਵਾਇਆ ਕਿ ਨਹੀਂ ਕੋਈ ਗੱਲ ਨਹੀਂ, ਤੂੰ ਜਾ, ਉੱਥੇ ਕੋਈ ਗੱਲਬਾਤ ਹੁੰਦੀ ਮੇਰਾ ਨੰਬਰ ਲੈ, ਮੈਨੂੰ ਕੰਟੈਕਟ ਕਰੀ। ਫਿਰ ਮੈਨੂੰ ਹੌਸਲਾ ਆਇਆ ਤੇ ਮੈਨੂੰ ਉਹਨਾਂ ਨੇ ਛੱਡਿਆ। ਅਗਲੇ ਦਿਨ ਸਵੇਰ ਹੁੰਦੇ ਇਸ ਬੰਦਿਆਂ ਨੇ, ਮੈਂ ਜਦੋਂ ਇਹਨਾਂ ਨੂੰ ਕਿਹਾ ਨਾ ਕਿ ਉੱਥੇ HR ਨੂੰ, ਮੈਂ ਕਿਹਾ ਮੈਨੂੰ ਮੇਰਾ ਪਾਸਪੋਰਟ ਦਿਓ। ਕਹਿੰਦਾ 1.5 ਲੱਖ ਰੁਪਇਆ ਦੇਂਗਾ ਤਾਂ ਤੈਨੂੰ ਪਾਸਪੋਰਟ ਦੇਵਾਂਗੇ। ਮੈਂ ਕਿਹਾ ਭਾਜੀ ਮੇਰੇ ਅੱਗੇ ਹੱਥ ਜੋੜੇ, ਮੇਰੇ ਕੋਲ ਤਾਂ ਫੁੱਟੀ ਘੋੜੀ ਨਹੀਂ ਕਿ ਮੈਨੂੰ ਡਿਪੋਰਟ ਕਰ ਦਿਓ, ਮੈਨੂੰ ਉੱਥੋਂ ਭੇਜ ਦਿਓ ਬਸ। ਮੈਂ ਕਿਹਾ ਤੁਸੀਂ ਮੈਨੂੰ ਕੱਢ ਦਿਓ। ਮੈਂ ਕਿਹਾ ਮੈਂ ਨਹੀਂ ਇੱਥੇ ਰਹਿਣਾ। ਮੈਂ ਕਿਹਾ ਨਹੀਂ ਤਾਂ ਮੈਂ ਮਰ ਜਾਊਂਗਾ। ਮੈਂ ਕਿਹਾ ਨਹੀਂ ਤਾਂ ਮੈਂ ਮਰ ਜਾਊਂਗਾ, ਸੁਸਾਈਡ ਕਰ ਲੂੰਗਾ, ਪਰ ਮੈਂ ਇੱਥੇ ਨਹੀਂ ਰਹਿ ਸਕਦਾ। ਮੈਂ ਕਿਹਾ ਇੱਥੇ ਮੇਰਾ ਰਹਿਣਾ ਮੈਂ ਕਿਹਾ ਖਤਰੇ ਤੋਂ ਖਾਲੀ ਨਹੀਂ ਹੈਗਾ। ਮੈਂ ਕਿਹਾ ਤੇ ਫਿਰ ਉਹਨਾਂ ਨੇ ਜੀ ਮੇਰੇ ਕੋਲੋਂ ਇੱਕ ਝੂਠੀ ਵੀਡੀਓ ਬਣਵਾਈ। ਮੈਨੂੰ ਪਹਿਲੇ ਕਮਰੇ 'ਚ ਲੈ ਜਾਇਆ ਗਿਆ। ਉਹ ਇੱਕ ਬੰਦਾ ਸੀਗਾ HR ਤੋਂ ਇਲਾਵਾ ਵੀ ਉੱਥੇ ਬੰਦੇ ਸੀਗੇ। ਉਹਨਾਂ ਨੇ ਮੈਨੂੰ ਕਮਰੇ 'ਚ ਲੈ ਕੇ ਗਿਆ ਦੋਨੇ ਜਾਣੇ ਤੇ ਮੈਨੂੰ ਕਹਿੰਦੇ ਤੈਨੂੰ ਪਾਸਪੋਰਟ ਤਾਂ ਵਾਪਸ ਦੇਵਾਂਗੇ ਜੇ ਤੂੰ ਇਦਾਂ ਨਹੀਂ ਤਾਂ ਇਦਾਂ ਕਹੇਂਗਾ। ਠੀਕ ਹੈ। ਪਹਿਲੇ ਇਹਨਾਂ ਰਿਜ਼ਾਈਨ ਲਿਖਾ ਲਿਆ। ਰਿਜ਼ਾਈਨ ਦੇ ਵਿੱਚ ਮੈਂ ਲਿਖਿਆ ਸੀਗਾ ਕਿ ਡਿਊ ਟੂ ਮੇਰੇ ਏਜੰਟ ਨੇ ਮੇਰੇ ਨਾਲ ਫਰੋਡ ਕੀਤਾ, ਮੈਂ ਤਾਂ ਕਰਕੇ ਵਾਪਸ ਜਾਣਾ ਚਾਹੁੰਦਾ। ਉਹ ਰੈਜ਼ੀਗਨੇਸ਼ਨ ਇਹਨਾਂ ਨੇ ਪਾੜਤਾ ਇਹਨਾਂ ਨੇ ਰੈਜ਼ੀਗਨੇਸ਼ਨ। ਫਿਰ ਝੂਠਾ ਰੈਜ਼ੀਗਨੇਸ਼ਨ ਮੇਰੇ ਤੋਂ ਲਿਖਾਇਆ ਕਿ ਮੈਨੂੰ ਹੈਲਥ ਇਸ਼ੂ ਆ। ਚੰਗਾ ਭਲਾ ਭਾਜੀ ਮੈਂ ਤੁਹਾਡੇ ਸਾਹਮਣੇ ਖੜਾ ਕਿ ਮੈਨੂੰ ਹੈਲਥ ਇਸ਼ੂ ਆ, ਮੈਨੂੰ ਇਸ ਕੰਪਨੀ ਤੋਂ ਕੋਈ ਪ੍ਰੋਬਲਮ ਨਹੀਂ ਹੈ, ਮੈਂ ਤਾਂ ਕਰਕੇ ਵਾਪਸ ਚੱਲਿਆ। ਤੂੰ ਆਪਣੇ ਏਜੰਟ ਦਾ ਨਾਮ ਵਿੱਚੋਂ ਕੱਟ ਦੇ ਕਿ ਕੱਲ ਨੂੰ ਕੋਈ ਗੱਲਬਾਤ ਇੱਥੇ ਨਾ ਆਵੇ। ਤੇ ਝੂਠੀ ਵੀਡੀਓ ਵੀ ਮੇਰੇ ਕੋਲੋਂ ਇਹਨਾਂ ਨੇ ਉੱਥੇ ਬਣਵਾ ਲਈ, ਤਾਂ ਜਾ ਕੇ ਮੇਰਾ ਪਾਸਪੋਰਟ ਦਿੱਤਾ। ਫਿਰ ਮੈਂ ਕਰਜ਼ਾ ਚੁੱਕ ਕੇ 10-15 ਹਜ਼ਾਰ ਰੁਪਈਆ ਫਿਰ ਮੈਂ ਆਪਣੀ ਵਾਪਸੀ ਦੀ ਟਿਕਟ ਕਰਵਾਈ। ਠੀਕ ਹੈ। ਵਾਪਸੀ ਦੀ ਟਿਕਟ ਕਰਵਾ ਕੇ ਫਿਰ ਮੈਂ ਇੰਡੀਆ ਦੇ ਵਿੱਚ ਵਾਪਸ ਆਇਆ। ਮੈਨੂੰ ਪਤਾ ਹੈ ਕਿ ਉਹ 3 ਦਿਨ ਮੇਰੇ ਲਈ ਕਿੱਦਾਂ ਰਹੇ ਆ। ਮੈਂ ਆਪਣੀ ਮੌਤ ਦੇ ਨਾਲ ਲੜ ਕੇ ਕਿ ਉੱਥੋਂ ਵਾਪਸ ਆਇਆ, ਪਰ ਇਸ ਬੰਦਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਕਰੀ। ਸਾਰੀ ਰਾਤ ਇਹਨਾਂ ਨੇ ਮੇਰੇ ਨਾਲ ਕੋਈ ਰਾਬਤਾ ਨਹੀਂ ਕਰਿਆ, ਕੋਈ ਮੇਰੇ ਨਾਲ ਗੱਲ ਨਹੀਂ ਕਰੀ, ਕੋਈ ਮੈਨੂੰ ਸੋਲੂਸ਼ਨ ਨਹੀਂ ਦਿੱਤਾ ਇਹਨਾਂ ਨੇ ਭਾਜੀ। ਤੇ ਹੁਣ ਤੁਸੀਂ ਇਹਨਾਂ ਦੇ ਜਦੋਂ ਵਾਪਸ ਆ ਚੁੱਕੇ ਹੋ ਦੁਬਈ ਤੋਂ, ਇਹਨਾਂ ਦਫ਼ਤਰ ਗਏ ਤੁਸੀਂ? ਨਹੀਂ ਮੈਂ ਨਹੀਂ ਗਿਆ, ਮੈਂ ਸੇਫ ਨਹੀਂ ਸਮਝਿਆ ਭਾਜੀ। ਅੱਛਾ। ਠੀਕ ਹੈ। ਮੈਂ ਸਮਝਦਾ ਸੀਗਾ ਜਾਂ ਮੇਰੇ ਨਾਲ ਪੁਲਿਸ ਜਾਵੇ ਜਾਂ ਮੇਰੇ ਨਾਲ ਮੀਡੀਆ ਜਾਵੇ। ਪੁਲਿਸ ਨੂੰ ਕੀਤੀ ਕੰਪਲੇਂਟ ਚੰਡੀਗੜ੍ਹ ਪੁਲਿਸ ਨੂੰ? ਜੀ ਬਿਲਕੁਲ ਮੈਂ ਕੰਪਲੇਂਟ ਕਰੀ ਹੈ ਆਪਣੇ ਜਿਹੜੇ ਰਿਸਪੈਕਟਡ SSP ਸਰ ਦੇ। ਮੈਂ ਕੱਲ ਕੰਪਲੇਂਟ ਦੇ ਕੇ ਆਇਆ। ਠੀਕ ਹੈ। ਕੱਲ ਕੰਪਲੇਂਟ ਦੇ ਕੇ ਆਇਆ। ਉਹਨਾਂ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੋ ਬਣਦੀ ਕਾਰਵਾਈ ਆ ਉਹ ਇਹਨਾਂ ਦੇ ਖਿਲਾਫ ਕੀਤੀ ਜਾਏਗੀ। ਠੀਕ ਹੈ। ਤੋਂ ਮੇਰਾ ਮੈਸੇਜ ਇਹ ਜਿਹੜਾ ਹੈ ਕਿ ਤੁਹਾਡਾ ਪੈਸਾ ਕਿੰਨਾ ਇਹਨਾਂ ਕੋਲ ਹੁਣ? ਇਹਨਾਂ ਕੋਲ ਭਾਜੀ ਜਿਹੜਾ 1,15,000 400 ਦਰਾਮ ਜਿਹੜਾ ਇਹਨਾਂ ਨੇ ਮੇਰੇ ਤੋਂ ਉੱਥੋਂ ਖੋਇਆ, ਪਲੱਸ ਜਿਹੜੀ ਮੇਰੀ ਟਿਕਟ ਪਾ ਕੇ 1,75,000 ਰੁਪਈਆ ਇਹਨਾਂ ਨੇ ਮੇਰਾ ਹੁਣ ਤੱਕ ਮਰਵਾਤਾ ਹੈ। ਕੀ ਕਹਿੰਦੇ ਹੋ ਜਿਹੜੇ ਤੁਹਾਨੂੰ ਬੰਦਿਆਂ ਨੇ ਆ ਕੇ ਫੜਿਆ ਕੁੱਟਿਆ, ਜਿਹੜੇ ਕਹਿੰਦੇ ਸੀ ਪੁਲਿਸ ਵਾਲੇ ਲੱਗਦੇ ਸੀ ਤੁਹਾਨੂੰ? ਨਹੀਂ ਭਾਜੀ, ਉਹ ਅਣਪਛਾਤੇ ਬੰਦੇ ਸੀਗੇ। ਸਟਾਰਟਿੰਗ 'ਚ ਤਾਂ ਉਹ ਪੁਲਿਸ ਕਹਿੰਦੇ ਸੀਗੇ, ਮੈਨੂੰ ਕਰਦੇ ਬਾਹਰ ਲੈ ਕੇ ਗੱਡੀ 'ਚ ਬਿਠਾ ਕੇ ਤਾਂ ਮੈਨੂੰ ਲੈ ਗਏ। ਠੀਕ ਹੈ। ਕੋਈ ਕੰਪਨੀ ਵਾਲਾ ਮੇਰੇ ਪਿੱਛੇ ਨਹੀਂ ਆਇਆ। ਰਾਤੀ 3 ਵਜੇ ਦੀ ਮੇਰੀ ਉੱਥੇ ਦੀ ਫੁਟੇਜ ਹੈ ਜਦੋਂ ਮੈਂ ਉੱਥੇ ਕਮਰੇ 'ਚ ਵੜਿਆ ਭਾਜੀ, ਦੁਬਾਰਾ ਉਸ ਕੰਪਨੀ ਦੇ ਅੰਦਰ ਵੜਿਆ। ਅੱਛਾ। ਹਾਂਜੀ। ਤੁਸੀਂ ਇਹ ਕਹਿੰਦੇ ਹੋ ਵੀ ਤੁਹਾਡਾ ਇਹਨਾਂ ਨੇ ਹੈਲਥ ਇਸ਼ੂ ਤੁਹਾਡੇ ਤੋਂ ਲਿਖਵਾ ਕੇ ਤੁਹਾਨੂੰ ਵਾਪਸ ਭੇਜਿਆ? ਬਿਲਕੁਲ ਭਾਜੀ। ਤੁਹਾਡਾ ਜਿਹੜਾ ਮੈਡੀਕਲ ਹੋਇਆ ਉਹ ਤੁਹਾਡੇ ਕੋਲ ਨਹੀਂ ਹੈਗਾ? ਨਹੀਂਗਾ, ਉਹ ਇਹਨਾਂ ਕੋਲ ਹੀ ਪਿਆ ਹੈ। ਉਹ ਇਹਨਾਂ ਕੋਲ ਹੀ। ਉਹਦੇ 'ਚ ਇਹ ਸ਼ਾਇਦ ਕੀ ਲੱਗਦਾ ਲਿਖ ਵੀ ਸਕਦੇ ਵੀ ਤੁਹਾਨੂੰ ਕਿਹੜੀ ਬਿਮਾਰੀ ਹੈ? ਆਪ ਹੀ ਲਿਖ ਦੇਣ ਉਹਦੇ 'ਚ? ਬਿਲਕੁਲ ਭਾਜੀ ਲਿਖ ਸਕਦੇ ਨੇ। ਜੇ ਮੇਰੇ ਨਾਲ ਉੱਥੇ ਜਾ ਕੇ ਇਦਾਂ ਦਾ ਇਹ ਕਾਰਨਾਮਾ ਕਰ ਸਕਦੇ ਆ, ਇੱਥੇ ਤਾਂ ਫਿਰ ਇਹ ਜੋ ਇਹਨਾਂ ਦਾ ਦਿਲ ਕਰੇਗਾ ਉਹ ਕਰਨਗੇ। ਵੀਡੀਓ ਤੁਸੀਂ ਦੇਖਿਆ ਜਿਹੜਾ ਤੁਹਾਡੇ ਤੋਂ ਬੁਲਵਾਇਆ ਗਿਆ, ਉਸ 'ਚ ਤੁਹਾਡੇ ਤੋਂ ਕੀ ਕਵਾਇਆ ਗਿਆ? ਇਹਨਾਂ ਨੇ ਮੇਰੇ ਤੋਂ ਕਵਾਇਆ ਸੀਗਾ ਕਿ ਬਿਕੋਜ਼ ਆਫ ਹੈਲਥ ਇਸ਼ੂ ਮੈਨੂੰ ਇਸ ਕੰਪਨੀ ਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈ। ਠੀਕ ਹੈ। ਤੇ ਮੈਂ ਆਪਣੀ ਜਿਹੜੀ ਮੇਰੀ ਸਿਹਤ ਆ ਉਸ ਖਰਾਬ ਹੋਣ ਦੇ ਕਰਕੇ ਮੈਂ ਵਾਪਸ ਚੱਲਿਆ। ਠੀਕ ਹੈ ਜੀ। ਇਸ ਤਾਂ ਕਿ ਮੇਰਾ ਪਾਸਪੋਰਟ ਇਹਨਾਂ ਨੇ ਮੋੜਿਆ ਜਾ ਕੇ। ਤੁਹਾਡੀ ਹੁਣ ਕੀ ਮੰਗ ਹੈ? ਮੇਰੀ ਹੁਣ ਇਹੀ ਮੰਗ ਹੈ ਕਿ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ, ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਬਾਹਰ ਜਾਣ ਵਾਲੀ ਆ, ਉਹ ਇਹਨਾਂ ਵਰਗੇ ਏਜੰਟਾਂ ਦੇ ਵਿੱਚ ਨਾ ਵੜੇ।
ਤੇ ਮੇਰੇ ਬਣਦੇ ਪੈਸੇ ਮੈਨੂੰ ਵਾਪਸ ਕਰਵਾਏ ਜਾਣ। ਸੋ ਇਹ ਨਿਤਨ ਹੈ ਜਿਹਨੇ ਕਹਾਣੀ ਸੁਣਾਈ ਹੈ। ਅੱਛਾ ਇੱਕ ਚੀਜ਼ ਹੋਰ ਨਿਤਨ, ਤੁਹਾਡਾ ਕੋਈ ਐਕਸਪੀਰੀਅੰਸ ਸਰਟੀਫਿਕੇਟ ਵੀ ਬਣਾਇਆ ਸੀ ਇਹਨਾਂ ਨੇ, ਉਹ ਡਾਕੂਮੈਂਟ ਕੀ ਹੈ ਉਹ ਦੱਸਿਓ, ਉਹਦਾ ਕਿੱਥੋਂ ਬਣਿਆ, ਕਿਵੇਂ ਬਣਿਆ, ਕਿੰਨੇ ਪੈਸੇ ਲੱਗੇ ਉਹਦੇ? ਉਹਦੇ ਭਾਜੀ ਇਹਨਾਂ ਨੇ ਮੇਰੇ ਕੋਲ 1000 ਰੁਪਏ ਸੋ ਜਿਵੇਂ ਦੱਸਿਆ, ਹਾਂ ਬਿਲਕੁਲ ਇਹ ਅੱਛਾ ਇਹ 1000 ਰੁਪਏ ਚਾਰਜ ਕਰਿਆ ਸੀ ਇਸ ਚੀਜ਼ ਦਾ ਮੇਰੇ ਤੋਂ। ਇੱਥੇ ਤੁਹਾਨੂੰ ਕਿਹਨੇ ਭੇਜਿਆ ਸੀ? ਇੱਥੋਂ ਇਹਨਾਂ ਨੇ ਮੈਨੂੰ ਭੇਜਿਆ ਸੀ 34 ਸੈਕਟਰ ਦੇ ਵਿੱਚ ਅਮਨ ਟਰੈਵਲਸ ਦੇ ਕੋਲ। ਅੱਛਾ ਠੀਕ ਹੈ ਜੀ, ਇਹਨੇ ਮੈਨੂੰ ਕਿਹਾ ਸੀਗਾ ਕਿ ਉੱਥੇ ਜਾਓਗੇ ਉਹ ਤੁਹਾਨੂੰ ਸਮਝਾ ਦੇਗਾ ਕੀ ਕਰਨਾ ਕੀ ਨਹੀਂ, ਤੁਸੀਂ ਸਿਰਫ ਆਪਣੇ ਡਾਕੂਮੈਂਟਸ PDF ਕਰਵਾ ਕੇ ਮੇਰੇ ਕੋਲ ਆ ਜਾਓ। ਉੱਥੇ ਗਏ ਤਾਂ ਕਹਿੰਦੇ ਕਿ ਸਰਟੀਫਿਕੇਟ ਵੀ ਬਣਾਉਣਾ ਹੈ, ਤੇ ਇਹਨਾਂ ਨੇ ਮੈਂ ਉੱਥੇ ਗਿਆ, ਸਰਟੀਫਿਕੇਟ ਇਹਨਾਂ ਨੇ ਮੇਰਾ ਬਣਾਤਾ, ਫਿਰ ਪੈਸੇ ਪੁੱਛੇ ਤੇ ਜੀ 1000 ਰੁਪਏ ਇਹਨਾਂ ਨੇ ਮੇਰੇ ਤੋਂ ਮੰਗਿਆ। ਠੀਕ ਹੈ, ਸਰਟੀਫਿਕੇਟ ਬਣਾਉਣ ਦਾ ਸਾਰਾ ਕੁਝ ਕਰਨ ਦਾ 500 ਰੁਪਏ ਮੈਂ ਇਹਨਾਂ ਦੇ ਉਹਦੇ ਅਕਾਊਂਟ 'ਚ ਪਾਇਆ ਤੇ 500 ਰੁਪਏ ਉਸ ਬੰਦੇ ਨੂੰ ਮੈਂ ਕੈਸ਼ ਦਿੱਤਾ। ਬਿਲਕੁਲ। ਸੋ ਪਿਛਲੇ 15 ਦਿਨਾਂ ਦਾ ਘਟਨਾਕ੍ਰਮ ਹੈ ਸਾਰਾ। 20 ਸੈਕਟਰ ਚੰਡੀਗੜ੍ਹ ਖੜੇ ਆ। ਸਾਹਿਬ ਕੰਸਲਟੈਂਸੀ ਇਮੀਗ੍ਰੇਸ਼ਨ ਹੈ ਮੁੰਡਾ, ਫੇਸਬੁੱਕ ਤੇ ਉਹਨਾਂ ਦੀ ਐਡ ਦੇਖਦਾ, ਕੰਪਨੀ ਵਾਲੇ ਕੋਲ ਆਂਦਾ, 1,15,000 ਰੁਪਏ ਇਸ ਤੋਂ ਲੈ ਲੈਂਦੇ ਨੇ, ਕੰਪਿਊਟਰ ਆਪਰੇਟਰ ਦੀ ਜੌਬ ਲਵਾ ਦਿੰਦੇ ਨੇ। ਇੱਥੋਂ ਹੋਰ ਕੰਪਨੀ ਦਾ ਲੈਟਰ ਦਿੱਤਾ ਜਾਂਦਾ ਅਪਾਇੰਟਮੈਂਟ, ਉੱਥੇ ਜਾ ਕੇ ਕੰਪਨੀ ਬਦਲ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਮੁੰਡਾ ਦੁਬਈ ਪਹੁੰਚਦਾ ਉੱਥੇ ਜਾ ਕੇ ਦਾ ਕੰਮ ਵੀ ਬਦਲ ਜਾਂਦਾ ਹੈ। ਦੱਸਿਆ ਬਈ ਜ਼ਬਰਦਸਤੀ ਇਹਨੂੰ ਸੱਟੇ ਦੀ ਜਾਂ ਇਲੀਗਲ ਮਨੀ ਟ੍ਰਾਂਜੈਕਸ਼ਨ ਦੇ ਕੰਮ ਦੇ ਵਿੱਚ ਲਾਇਆ ਜਾਂਦਾ ਹੈ। ਇਹ ਮਨਾ ਕਰਦਾ ਹੈ, ਇਹਦੀ ਕਟਾਈ ਵੀ ਹੁੰਦੀ ਹੈ। ਕਟਾਈ ਤੋਂ ਬਾਅਦ ਕਹਿ ਲਓ ਵੀ ਮੁੰਡਾ ਕਹਿੰਦਾ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਕੇ ਆਇਆ, ਔਰ ਜਿਸ ਕੰਪਨੀ ਦੇ ਇੰਨੇ ਸੰਗੀਨ ਦੋਸ਼ ਨੇ ਕਿ ਇਹਦਾ ਵੀਡੀਓ ਤੱਕ ਬਣਾ ਲਿਆ ਕਿ ਤੂੰ ਆਪਣੀ ਸਿਹਤ ਸਹੀ ਨਾ ਹੋਣ ਕਰਕੇ ਤਬੀਅਤ ਤੂੰ ਵਾਪਸ ਜਾ ਰਿਹਾ, ਕੰਪਨੀ ਦਾ ਕੋਈ ਦੋਸ਼ ਨਹੀਂ ਹੈ, ਮੈਡੀਕਲ ਤੱਕ ਨਹੀਂ ਮਿਲਿਆ। ਮੈਡੀਕਲ ਤੁਹਾਨੂੰ ਕੰਪਨੀ ਦਾ ਨਾਮ ਯਾਦ ਹੈ ਇੱਥੇ 20 ਸੈਕਟਰ 'ਚ ਕਿਹੜੀ ਕੰਪਨੀ ਆ? ਇੱਥੇ ਨਿਊ ਡਾਇਲਿਸ ਕਰਕੇ ਸੀਗੇ, ਮੈਂ ਇੱਕ ਵਾਰੀ ਸਰਚ ਕਰ ਲੂੰਗਾ, ਸਰਚ ਕਰਕੇ ਮੈਂ ਤੁਹਾਨੂੰ ਮੈਂ ਦੱਸ ਦੂੰਗਾ ਕਿ ਕਿਹੜੀ ਕੰਪਨੀ ਕਿਹੜੀ ਆ ਇਹ। ਉਹਨਾਂ ਨੇ ਕਿੰਨੇ ਪੈਸੇ ਲਏ ਸੀ? ਉਹਨਾਂ ਨੇ 3000 ਰੁਪਏ ਲਿਆ ਮੇਰੇ ਕੋਲ, ਕੈਸ਼ ਲਿਆ। ਕੰਪਨੀ 'ਚ ਤੁਸੀਂ ਕਹੋ ਜਾਂ ਹੇਰਾ ਫੇਰੀ ਇੱਥੋਂ ਸਾਬਤ ਹੈ, ਜਿਹਦਾ ਮੈਡੀਕਲ ਹੋ ਰਿਹਾ ਉਹਦੇ ਕੋਲੋਂ ਕਾਗਜ਼ ਨਹੀਂ ਹੈਗਾ, ਸਿੱਧਾ ਕੰਪਨੀ ਕੋਲ ਗਿਆ। ਅੱਛਾ ਉਹਦਾ ਵੀ 3000 ਰੁਪਏ ਲੱਗਿਆ। ਸੋ ਇਹ ਸਾਹਿਬ ਕੰਸਲਟੈਂਸੀ ਦੇ ਆਪਾਂ ਦਫ਼ਤਰ ਦੇ ਬਾਹਰ ਆ, ਬਾਹਰ ਉਹਨਾਂ ਦਾ ਬੋਰਡ ਨਹੀਂ ਹੈ, ਪਹਿਲੀ ਮੰਜ਼ਲ ਤੇ ਆਫਿਸ ਹੈ। ਇੱਕ ਵਾਰ ਫਿਰ ਆਪਾਂ ਜਾ ਕੇ 9 ਨੰਬਰ ਸ਼ੋਰੂਮ 'ਚ ਜੋ ਦੱਸਿਆ ਜਾ ਰਿਹਾ, ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਵੀ ਹੋ ਚੁੱਕੀ ਹੈ। ਆਪਾਂ ਅੱਗੇ ਜਾ ਕੇ ਕੰਪਨੀ ਦੇ ਜਿਹੜੇ ਪ੍ਰਤੀਨਿਧੀ ਨੇ ਕੋਈ ਉਹਨਾਂ ਨਾਲ ਇਸ ਬਾਬਤ ਗੱਲ ਵੀ ਕਰਦੇ ਹਾਂ। ਸਾਹਿਬ ਸਿੰਘ ਜੀ, हेलो हेलो ਸਾਹਿਬ ਸਿੰਘ ਜੀ ਗੱਲ ਕਰ ਰਹੇ ਨੇ? हाँ जी हाँ जी ਸਾਹਿਬ ਸਿੰਘ ਜੀ, ਮੈਂ ਬਲਜੀਤ ਮੱਰਾ ਬੋਲ ਰਿਹਾ, ਮੈਂ ਪੱਤਰਕਾਰ ਹਾਂ। हेलो ਆਵਾਜ਼ ਆ ਰਹੀ ਮੇਰੀ? हेलो हाँ जी, ਆਵਾਜ਼ ਆ ਰਹੀ ਮੇਰੀ ਜੀ? आपकी आवाज कट रही है। हेलो ਹੁਣ ਆ ਰਹੀ ਹੈ, ਦੱਸੋ। हाँ जी ਆਵਾਜ਼ ਆ ਰਹੀ ਤੁਹਾਨੂੰ ਸਾਫ਼? ਮੈਂ ਕਿਹਾ हाँ जी हाँ जी हाँ जी, आप ठीक है। ਮੈਂ ਨਾ ਬਲਜੀਤ ਮਰਵਾਹਾ ਪੱਤਰਕਾਰ ਗੱਲ ਕਰ ਰਿਹਾ, ਮੈਂ ਤੁਹਾਡੇ ਆਫਿਸ 'ਚ ਹੀ ਖੜਿਆ ਇਸ ਟਾਈਮ ਚੰਡੀਗੜ੍ਹ। हाँ जी हाँ जी ਸਾਡਾ ਸਕਰੋਲ ਪੰਜਾਬ ਚੈਨਲ ਹੈ, ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਚੈਨਲ ਹੈ ਸਾਡਾ, ਅਪਰੂਵਡ ਚੈਨਲ ਹੈ ਸਾਡਾ। अच्छा जी, ਤੇ ਨਿਤਿਨ ਠਾਕੁਰ ਨੇ ਚੰਡੀਗੜ੍ਹ ਪੁਲਿਸ ਨੂੰ ਤੁਹਾਡੇ ਖਿਲਾਫ ਕੰਪਲੇਂਟ ਦਿੱਤੀ ਹੈ। किसने? ਨਿਤਿਨ ਠਾਕੁਰ ਮੁੰਡਾ, ਤੁਸੀਂ 20 ਜੁਲਾਈ ਨੂੰ ਦੁਬਈ ਭੇਜਿਆ ਸੀ ਉਹਨੂੰ, कहाँ पे देती है? ਤੇ ਚੰਡੀਗੜ੍ਹ ਪੁਲਿਸ ਨੂੰ। अच्छा जी, ਤੇ ਉਹਨੇ ਮਤਲਬ ਬੜੇ ਸੀਰੀਅਸ ਐਲੀਗੇਸ਼ਨ ਨੇ ਤੁਹਾਡੇ ਤੇ ਵੀ ਤੁਸੀਂ ਉਹਨੂੰ ਆਪਣਾ ਟੋਟਲ 1,15,000 ਰੁਪਏ ਉਸ ਤੋਂ ਲੈ ਚੁੱਕੇ ਹੋ, ਸਾਰੇ ਹੋਰ ਖਰਚੇ ਖੁਰਚੇ ਪਾ ਕੇ ਉਹਦਾ ਪੌਣੇ 2 ਲੱਖ ਰੁਪਏ ਦੱਸ ਰਿਹਾ ਹੈ। 87,000 ਉਸ ਟ੍ਰਾਂਜੈਕਸ਼ਨ ਦੇ ਕਹਿੰਦਾ ਮੇਰੇ ਕੋਲ ਪ੍ਰੂਫ ਨਹੀਂ। ਉਹ ਕਹਿੰਦਾ ਦੁਬਈ ਮੈਨੂੰ ਜਿਹੜੇ ਕੰਮ ਲਈ ਭੇਜਿਆ ਸੀ, ਇੱਕ ਤਾਂ ਮੈਨੂੰ ਉਹ ਕੰਮ ਨਹੀਂ ਮਿਲਿਆ ਉੱਥੇ, अच्छा जी, ਇੱਥੋਂ ਹੋਰ ਕੰਪਨੀ ਦਾ ਅਪਾਇੰਟਮੈਂਟ ਲੈਟਰ ਦਿੱਤਾ ਸੀ, ਉੱਥੇ ਜਾ ਕੇ ਹੋਰ ਕੰਪਨੀ ਦਾ ਹੋ ਗਿਆ। ਫਿਰ ਮੈਨੂੰ ਕੰਪਿਊਟਰ ਆਪਰੇਟਰ ਲਵਾਉਣਾ ਸੀ, ਡਾਟਾ ਐਂਟਰੀ ਆਪਰੇਟਰ, ਉਹ ਵੀ ਚੇਂਜ ਹੋ ਗਿਆ। ਅੱਗੇ ਮੈਨੂੰ ਕਿਸੇ ਇਨਲੀਗਲ ਕੰਮ ਚਲਾ ਰਹੇ ਸੀ ਉਹ ਜ਼ਬਰਦਸਤੀ ਕਾਲਿੰਗ ਦੇ। अच्छा जी, ਕੁੱਟਮਾਰ ਵੀ ਕਹਿੰਦਾ ਕੀਤੀ ਗਈ। ਮੈਂ ਕਹਿੰਦਾ ਸਾਰੀ ਰਣਜੀਤ ਕੋਈ ਤੁਹਾਡੇ ਹੋਣਗੇ ਮੁਲਾਜ਼ਮ, ਉਹਨਾਂ ਨਾਲ ਕਹਿੰਦਾ ਗੱਲਬਾਤ ਮੇਰੀ ਚੱਲਦੀ ਰਹੀ, ਮੈਨੂੰ ਕੋਈ ਰਿਸਪੌਂਸ ਨਹੀਂ ਆਇਆ। ਉਹ ਸਾਰੇ ਕਾਗਜ਼ ਪੱਤਰ ਦਿਖਾ ਵੀ ਰਿਹਾ ਤੇ ਉਸੇ ਬਾਰੇ ਅਸੀਂ ਗੱਲ ਕਰਨ ਤੁਹਾਡੇ ਦਫ਼ਤਰ ਆਏ ਸੀ, ਇੱਥੇ ਹੀ ਖੜੇ ਆ ਤੁਹਾਡੇ ਦਫ਼ਤਰ ਹੀ ਅਸੀਂ। अच्छा जी। हाँ जी। नहीं, इसका तो मेरे साथ भी बात हुई थी जब ये वहाँ पे लड़का गया था ना, मैंने इसको व्हाट्सएप पे गया, ये मतलब अभी 2-3 दिन पहले ही गया था। हाँ, 20 जुलाई को गया था, 23 को वापस आ गया था। हाँ हाँ, 20 को गया था, ये 22 को जाते ही इन्होंने ना हाँ। दुबई पुलिस पे जाके कंप्लेंट कर दी थी। नितिन ने? हाँ जी, कहता मैंने जाना ही नहीं ना, काम नहीं करना यहाँ पे, हाँ। ऐसा करके। तो नहीं, फिर वो ओके। मैसेज, हाँ हाँ जी हाँ जी दसो। फिर वो मैसेज हमारे पास भी आया था। अच्छा। तो हमने फिर कंपनी का जो ड्राइवर है जी, उसको वहाँ पे जाके थाने में हाँ। पुलिस की वहाँ से उसको छुटवा के लेके अपना कैंप पे लेके आया था। ਨਹੀਂ, ਇਹ ਕਹਿ ਰਹੇ ਵੀ ਮੈਨੂੰ ਡਾਟਾ ਐਂਟਰੀ ਆਪਰੇਟਰ ਦੇ ਤੌਰ ਤੇ ਭੇਜਿਆ ਗਿਆ ਤੇ ਉੱਥੇ ਜਾ ਕੇ ਮੈਨੂੰ ਕਾਲਿੰਗ ਦੇ ਕੰਮ ਤੇ ਲਾਇਆ ਗਿਆ, ਉਹ ਵੀ ਇਨਲੀਗਲ ਕੋਈ ਐਪ ਦੇ ਵਿੱਚ ਅਮਾਉਂਟ ਟ੍ਰਾਂਜੈਕਸ਼ਨ ਦਾ ਇਸ਼ੂ ਸੀਗਾ। ਮੈਨੂੰ ਲੱਗਿਆ ਉਹ ਇਨਲੀਗਲ ਹੈ, ਕਹਿੰਦਾ ਮੈਂ ਇਸ ਕਰਕੇ ਮਨਾ ਕੀਤਾ ਕੰਮ ਕਰਨ ਤੋਂ। नहीं, इसमें क्या था भाई साहब कि इसमें ना काफी लोग गए थे, 10-15 लोग गए थे। तो ये लड़का पहले भी कनाडा पता नहीं ऑस्ट्रेलिया गया हुआ था। ठीक है जी, ये लगा गया जी मेरे को जब ये स्टार्टिंग में मेरे पास आया था। तो मैं कहा चलो कोई बात नहीं, आपको दुबई देख लो अगर आपको जाना चाहते हो। वैसे तो मैंने बोला भी आप जब ऑस्ट्रेलिया जाके आए तो आप दुबई में क्या करेंगे जाके इतनी सैलरी पे। वो कहता जी नहीं, मेरे को तो जी यहाँ से आगे जाना है, कहीं बाहर निकलना है।
मगर बाहर तो नहीं जा सकते, अब 2 साल तो वहीं काम करना पड़ेगा आपको। हाँ कहते आप मेरे को भेज दो। और ये लड़का फिर इंटरव्यू दिया, इसने पास हो गया, पास होने के बाद वीजा आ गया, वीजा आने के बाद ये प्रॉपर तरीके से गया यहाँ से, जाके एक दिन में ही रात को रुका वहां पे, और रात को ही इसने जाके वहां पे कंप्लेंट दी। ठीक है सर। नहीं तो ये जो बातें कर रहा है कि वो ਉੱਥੇ 2 ਬੰਦੇ ਆਏ ਕਹਿੰਦੇ ਉਹ ਪੁਲਿਸ ਵਾਲੇ ਆ ਸੀ, ਉਹ ਪੁਲਿਸ ਵਾਲੇ ਨਹੀਂ ਸੀ, ਉਹਨਾਂ ਨੇ ਗੱਡੀ ਜਿਹਨੂੰ ਕੁੱਟਿਆ ਵੀ ਤੈਨੂੰ ਕੰਮ ਕਰਨਾ पड़ेगा। नहीं, देखो ऐसा कहीं भी अत्याचार नहीं होता है। देखो आपको तो पता ही है सारी बात का कि अब ये तो जो चाहे वो बोल सकता है, इसमें कोई इसको पाबंदी नहीं है। मेरा वीडियो तक बनाया कि मैं हेल्थ इशू की वजह से वापस जा रहा हूँ, मेरे से रेजिग्नेशन में ये लिखवाया गया कि तो अपने हेल्थ इशू से वापस जा रहा है, और कहता मेरा मेडिकल मेरे पास नहीं है, जो इन्होंने खुद पैसे मैंने दिए 3000, आपका कोई पड़ोसी है यहाँ कोई लैब वो करता है मेडिकल, और कहता कापी इनको भेज देता है वो, इसको तो मेडिकल की जेरोक्स तक नहीं दी। नहीं, मेडिकल तो देखो फिट होना, अगर मेडिकल में फिट होएगा ना जी, तभी बंदा बाहर जाएगा। क्योंकि अगर हमने यहाँ से वो यही चीज कह रहा है ना, आपने मेडिकल में फिट लिखवाया और जो इसका वीडियो बनाया उसमें लिखाया गया कि हेल्थ इशू की वजह से मैं वापस जा रहा हूँ। 20 तारीख को जो मेडिकली फिट था बंदा, या 3 दिन पहले, वो दूसरे दिन ही वो अनफिट कैसे हो गया? इसमें ना कई बात आ रही है, आप पहले मेरी बात को समझो ना जी। इसमें ना कई बात आ रही है, जैसे तो मेडिकल छेड़ दिया अभी बीच में ना, बीच पहले इसका क्या था कि मैंने काम ही नहीं करना। फिर मैंने इसको बोला कि भाई साहब अगर आप काम नहीं करना चाहते हो तो आप इंडिया आ जाओ, इंडिया आके जो भी आपका मेरा तेरा कोई हिसाब किताब है हम बैठे तो आपके 2-3 बजे की सारी चैट दिखा रहा है जिसमें ये आपके किसी कंपनी के बंदे को जो भी है, हमें तो रंजीत नाम बता रहा, उसको कॉल करता रहा, कोई जवाब ही नहीं आ रहा था, कहता उनकी तरफ से देखो मेरा 20 कागज इसने पकड़ाए हैं चैट के, जो व्हाट्सएप के आगे, कहता है मुझे कोई जवाब ही नहीं दे रहे थे ये साहिब कंसल्टेंसी वाले। नहीं ऐसा नहीं है, मेरा नंबर मैं किसी को देता नहीं हूँ, पर मैंने अपने मोबाइल नंबर से इसके नंबर पे खुद की रिकॉर्डिंग भेजी हुई है कि भाई तो आप ऐसा करो, अगर आपको कोई तकलीफ आ रही है, कोई दिक्कत आ रही है वहां पे, तो आप इंडिया आ जाओ, इंडिया आके मेरे को मिलके आपका जो भी होगा हम उसका निबेड़ेंगे, हमारी आपके साथ कोई लेना देना नहीं है। पर आप 1 दिन में 2 दिन में क्या हो गया, आपको भी ऐसी क्यों दिक्कत क्या आ गई है ना, ये ऐसा करके इसको कोई तकलीफ नहीं है, पर ये अपनी वजह से आ गया है। पर हमने फिर भी इसको बोला है भी चल कोई बात नहीं, तो आ गया तो मेरे को मिल लेना के, मैं जो भी तरह हिसाब किताब वो कर देंगे। वो तो कहता मैं तो सीधा पुलिस ਨੂੰ ਕੰਪਲੇਂਟ ਕਰਕੇ ਆਇਆ, ਉਹ ਵੀ मैंने ना कुछ किया गया ਉੱਥੇ जाके टॉर्चर किया गया किसी का। देखो दुबई में आज आपको पता है कि 50 साल से लोग जा रहे हैं आ रहे हैं ना, ठीक है ना जी, ऐसा कुछ नहीं। गवर्नमेंट ऑफ इंडिया से लाइसेंस है, बाहर भेज रहे हैं, तरीके से गया, इंटरव्यू दिया, पास हुआ, और ये मेडिकल कराया, इंटरव्यू प्रॉपर कंपनी में गया, एक रात को ही जाके इसने कंप्लेंट वहां पे जा नहीं करता, जो कंपनी कॉलिंग के काम पे से लगाया गया वो कंपनी ही इलीगल मनी ट्रांजैक्शन का काम करती है। नहीं और मुझे जबरदस्ती कहता उन्होंने कहा कि तू यहाँ से छोड़ नहीं सकता, तेरे को करना ही पड़ेगा। नहीं फिर देखो इसका पासपोर्ट भी हमने ही मेल करवा के, ठीक है जी यार, इसको पासपोर्ट दवाया, टिकट ये लेके अपनी वापस आ गया। मैंने ये कहा कि आप आ जाओ, ठीक है जी, आपका कोई दिक्कत नहीं है, आपका कोई पैसे का कटिंग नहीं है, आके मेरे को मिल लो, और आपका जो भी होगा हम कर देंगे, अगर आपका मन नहीं करता काम करने के लिए। बाकी लोग तो अभी आपसे इसकी मुलाकात हुई कि नहीं हुई? नहीं मेरी मुलाकात तो स्टार्टिंग में हुई थी जब ये यहाँ से गया था। अच्छा, जब वापस आया दुबई से उसके बाद हुई है मुलाकात? अभी नहीं, देखो कल मैंने इसको अपने परसों मैंने इसको मैसेज किया, आज 25 तारीख तो है, तो 2-3 दिन में आपने क्या मैसेज किया ऐसे नितिन को? मैंने ये किया कि भाई साहब आपको कोई भी दिक्कत है तो आप छोड़ के आ जाओ, ठीक है, और अगर आपका कोई मन नहीं लग रहा है या कोई प्रॉब्लम है तो आप छोड़ के आ जाओ, मेरे को आके मिल लेना, जो भी आपका लेन देना हम कर देंगे। इसको भेजा हुआ आपने? हाँ चलो आप मुझे भी भेज दो, फिर हम इससे भी पूछ लेंगे कि तेरे को खुद जब साहिब सिंह ने कॉल की है वो बता रहे हैं कि वो आपको कोऑपरेट कर रहे हैं, फिर आप ऐसी बात क्यों कर रहे हैं? वैसे बस वही ना क्यों? अच्छा चलो सारी कहानी अगर हम एक साइड पे रख दें, फिर भी आपको क्यों एलिवेशन लगा रहा है इतने सीरियस? बस देखो ये तो बंदा कोई भी किसी को कुछ भी लगा सकता है इसमें। नहीं ऐसे कोई वजह तो नहीं होगी ना, 1500 बैठे हैं चंडीगढ़ में इमिग्रेशन वाले, साहिब कंसल्टेंसी कोई क्यों पकड़ रहा है वो? हाँ मैं अभी देखो 2004 से है मेरा जो ऑफिस है, ठीक है, 2004 से लेके आज तक कोई कंप्लेन नहीं मेरी है, ना मैंने कभी ये चीजों में बढ़ा मैं, क्योंकि जो भी है अपने अच्छे तरीके से काम किया है, ठीक है ना। अब एक बंदा ये ऐसा करेगा तो आप खुद समझ आ रहे हैं कि आप देख लो कैसे होता है। चलो ठीक है जी, अब वो मुझे भेज दो नंबर पे जो आपने इसको SMS किया ना, मेरे को अपना ये भेजना, हेलो करना। आपका नाम क्या है? मेरा बलजीत मरवाहा नाम है, आई एम सर्वाइविंग एज अ ब्यूरो हेड देयर, शकरोल पंजाब, इट्स अ पंजाब गवर्नमेंट अप्रूव्ड चैनल। अच्छा कोई नहीं, आप मेरे को भेज दो, और मैं देता हूँ। हाँ, जो सा भी आपका जो भी है इनको समझाओ कि भाई साहब आपका इतना कोऑपरेट कर रहे हैं, आप इंडिया आ गए तो भी कर रहे हैं, अगर आप विदेश में थे तो भी कर रहे हैं, बिल्कुल ठीक है ना। हमने ही इसका पासपोर्ट कंपनी से बोला कि नहीं लेना चाहता है तो कोई बात नहीं, इसको वापिस भेज दो, हम अपना कर लेंगे।
अब ये आके तो मिला भी नहीं है। अब ठीक बताओ है। कोई जवाब इस बात का वो क्या कहता करें? मैं डर रहा हूँ कि मेरे साथ पता नहीं क्या करेंगे अब, वो मेरी बात ही ना नहीं सुने, नहीं घुसने ना भाई दें। साहब, नहीं 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 नहीं, हाँ। ऐसा क्यों यार? हमने भी बाल बच्चेदार हैं, इज्जतदार हैं, कोई ऐसा थोड़ी होता है कि किसको मारेंगे क्या करेंगे। चंडीगढ़ है, छोटा मोटा शहर तो है नहीं। ऐसे कैसे किसने आज तक किया? चलो क्यों करेगा? ठीक है साहब सिंह जी, ठीक है। हाँ, एक बार आप ना मुझे अपना अभी भेज देना ना, हाँ मैं भेज देता हूँ। इसको समझा दो, कोई दिक्कत नहीं है, इसका जो ठीक भी है। लेना देना है ठीक वो है। हम कर देंगे। ऐसा कुछ नहीं, डरने की घबराने की जरूरत ही नहीं है। ठीक है। हमारी कोई इसके साथ लड़ाई नहीं, झगड़ा नहीं। बेचारा कौन है, मैं इसको नहीं जानता, ये मुझे नहीं जानता, चलो मैंने इससे कुछ ठीक है। लेना नहीं। अगला आपका ये पिछला कोई साल। लाइसेंस लगा हुआ अप्रूव्ड कंपनी आपकी है ना? हाँ, ये अप्रूव्ड हाँ, कंपनी है हम इसकी ले 2004 लेते हैं से। कि फोटो इसकी भी ले लेते हैं कि आपकी अप्रूव्ड कंपनी है। है जी, इसकी फोटो ले लेते हैं लाइसेंस की कि अप्रूव्ड कंपनी है आपकी। क्या कह रहे? मैं क्या इसकी फोटो खींच लेते हैं हम? हाँ हाँ, कोई नहीं, हाँ इसकी ना, फोटो फोटो खींच ले लो। लेते हैं इसकी। हाँ, ये जो 2 तो लाइसेंस लगे हुए हैं इनकी ले लेते हैं हम, वीडियो वगैरह ना। अभी ये अपने आप हाँ ही ऐसा करेगा तो वो चीजें अच्छी नहीं है। तो बंदा कुछ भी आपको बोलेगा, ठीक है। ठीक है? या तो हमने ठीक है। कोई मैसेज किया हो अभी गाली गलौज का, या हाँ, कोई इस पे ऐसा कुछ है तो है ही कुछ नहीं। तो मैं इसको क्या अभी अभी आके वहां से सीधा कंप्लेंट करेगा तो मेरे को मिला भी नहीं है। चलिए ठीक है जी, ठीक है जी। ठीक है भाई ओके। साहब, ओके जी। ओके। और कोई चाय पानी पी के जाना भाई साहब? ना कोई ना फिर ठीक है जी, धन्यवाद। हाँ ठीक है, धन्यवाद। ओके। ਸੋ ਸਾਹਿਬ ਕੰਸਲਟੈਂਸੀ ਦਫ਼ਤਰ ਦੇ ਬਾਹਰ ਖੜੇ ਹਾਂ। ਸਾਹਿਬ ਕੰਸਲਟੈਂਸੀ ਦੇ ਜਿਹੜੇ ਮਾਲਕ ਨੇ ਸਾਹਿਬ ਸਿੰਘ, ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਇੱਦਾਂ ਦੀ ਕੋਈ ਗੱਲ ਨਹੀਂ। ਇਹਨਾਂ ਨੇ ਖੁਦ ਉਸ ਜਿਹੜਾ ਇਸ ਕਲਾਇੰਟ ਸੀ ਦਾ ਆਪਣਾ ਨਿਤਿਨ ਠਾਕੁਰ ਉਹਨੂੰ ਮੈਸੇਜ ਕੀਤਾ ਕਿ ਤੈਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਚਾਹੀਦਾ ਹੈ ਤਾਂ ਆਪਣਾ ਅਸੀਂ ਤੇਰੇ ਪੂਰੇ ਨਾਲ ਖੜੇ ਹਾਂ ਤੇ ਇਹਨੂੰ ਪੂਰੀ ਤਰ੍ਹਾਂ ਕੋਆਪਰੇਟ ਕੀਤਾ ਜਾਏਗਾ। ਹੁਣ ਇਹਦੇ 'ਚ ਸੱਚਾ ਕੌਣ ਹੈ? ਇੰਨੇ ਸੰਗੀਨ ਦੋਸ਼ ਨਿਤਿਨ ਠਾਕੁਰ ਵੱਲੋਂ ਲਾ ਰਹੇ ਨੇ, ਸਾਹਿਬ ਸਿੰਘ ਕੋਆਪਰੇਟ ਕਰਨ ਦੀ ਗੱਲ ਕਰ ਰਿਹਾ ਹੈ। ਫੈਸਲਾ ਤੁਸੀਂ ਕਰਨਾ ਹੈ। ਜੇ ਮੋਹਨ ਦੇ ਨਾਲ ਬਲਜੀਤ ਮਰਵਾਹਾ, ਚੰਡੀਗੜ੍ਹ।